बहादुर परम कृपाला परम कृपाला श्री गुरु गोबिंद सिंह विशाला तरौं तरा तार पुन पुन सीसा जी पुन पुन सीसा बंदाऊं बार बार जगदीशा या मह अमृत ज्ञान है माणक भगत बैराग श्री गुरु ग्रंथ साहिब जी उदद बंदों कर अनुराग एकंकारा सतगुरु जय प्रसाद सच होए वाहिगुरु जी की फतेह है बिघ्न विनाशन सोए वाहिगुरु जी की फतेह है बिघ्न विनाशन सोए। सतनाम श्री वाहिगुरु साहिब जी। निग सुबहर सब मैं थिर होवा देखो जोगी सबन खरोवा कह ए थान पुनीत महाना जो से मैं नर आन सुजाना निग सुबहर सब मैं थिर होवा। वाहिगुरु जी का खालसा वाहिगुरु जी की फतेह। सतगुरु पातशाह साहिब जी दे पावन दरबार दीयां हाजरियां परदियां गुरु पातशाह साहिब जी दे अपने ही निज पावन स्वरूप शब्द नाल चित ला के जद आप सावधान ते एकाग्रचित होए जुड़ मिल बैठे हो पातशाह गुरुदेव जी दियां बेअंत महरहमतां ते वडियाइयां जो सत संगत विच सदा वरतदियां ने आप उन्हां दे सांझी ते धारणी होयो किरपालता करना अपने निर्मल हिरदे चों अरदास करना जो गुरु पातशाह साहिब जी रहमत करन पावन शब्द दी विचार अपने ही अमृतमई साखी तिसदा विचार बोलण दा ताण अते विचार दा प्रवाह बख्शण। एक बार आसीस देंदियां अमृत दृष्टि पाके जपना जी सतनाम श्री वाहिगुरु। गरीब निवास कट कट के वासी श्री अकाल पुरख वाहिगुरु जी दा कोटान कोट शुकराना है जो सच्चे पातशाह साहिब जी ने कृपा की है संपूर्ण दिवस अपने प्यार ते भाणे विच बतीत कराए। आप ही रहमत करके संध्या के समय सजे हुए दरबार दियां हाजरियां भरन दा असुभाग समा बख्शिश की। हर रोज की तरह अज भी पातशाह ने अमृत वेले सानू साधारण जीआं नूं जीवन दा राह सुखाड़ा करन वास्ते जीवन की जुगत बख्शिश की है ते साडे वास्ते जीवन की जुगत शब्द करके प्रगट होती है। अज महाराज जी ने रहमत करके सानू हौसला दिता है तरवास दिता है। संसार के ज्ञानी इसनूं इत्तेफाक कहिंदे होणगे पर मैं इत्तेफाक नहीं कहंदा मैं इसनूं हुक्म कहंदा। अज साहब जी के पहले प्रकाश का पुरब है ना कदे बारीकी ने देखना गुरु पातशाह सानू किवें बख्शिशां दिंदे ने। सचखंड श्री दरबार साहिब के बेशक समय के करके असीं 10-12 घंटे के गैप चुने
10 ਤਾਰੀਖ ਦੇ ਅੰਮ੍ਰਿਤ ਵੇਲੇ ਦੇ ਪ੍ਰਕਾਸ਼ ਵੇਲੇ ਫੁਰਮਾਨ ਸ਼੍ਰੀ ਦਰਬਾਰ ਸਾਹਿਬ ਮਿਲੇ, ਉਹੀ ਫੁਰਮਾਨ ਸਾਨੂੰ ਇੱਥੇ ਮਿਲਦਾ ਹੈ। ਕਿਤੇ ਅਸੀਂ ਲਿੰਕ ਜੋੜ ਸਕੇ, ਗੁਰੂ ਨੇ ਤਾਂ ਜੋੜਿਆ ਹੋਇਆ, ਅਸੀਂ 100 ਵਾਰ ਟੁੱਟੇ ਰਹੀਏ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪ੍ਰਹਲਾਦ ਜਨ ਤੁਧ ਰਾਖ ਲੈ ਹਰ ਜੀਓ, ਰਣਾ ਖੁਸ਼ਮਾਰ ਪਚਾਏ। ਇਹ ਅੱਜ ਹੈ। ਹੁਣੇ ਭਾਈ ਸਾਹਿਬ ਜੀ ਅਨਾਉਂਸਮੈਂਟ ਕਰਦੇ ਕਰਦੇ ਦੱਸ ਰਹੇ ਸਨ ਕਿ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲੀ ਵਾਰ ਗ੍ਰੰਥ ਸਾਹਿਬ ਜੀ, ਉਦੋਂ ਅਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਸਾਂ ਕਹਿੰਦੇ, ਪਹਿਲਾ ਦਿਨ ਸੀ ਅਜੇ। ਕੋਈ ਕਹਿੰਦਾ ਹੋਏਗਾ, ਕੋਈ ਪੋਥੀ ਸਾਹਿਬ ਕਹਿੰਦਾ ਹੋਏਗਾ। ਪਹਿਲੀ ਵਾਰ ਜਦੋਂ ਸੰਗਤੀ ਤੌਰ ਤੇ ਸ਼੍ਰੀ ਮੁਖਵਾਕ ਸਾਨੂੰ ਮਿਲਿਆ ਤੇ ਪ੍ਰਾਪਤ ਹੋਇਆ ਸੀ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਅੱਜ ਕਿਉਂਕਿ ਸਾਡੇ ਵਾਸਤੇ ਤੇ ਫਿਰ ਅੱਜ ਪੁਰਬ ਹੈ ਨਾ, ਤੇ ਭਾਈ ਸਾਹਿਬ ਗੁਰਦਾਸ ਸਾਹਿਬ ਜੀ ਤੇ ਮਾਣਨਾ ਕਹਿੰਦੇ ਨੇ, ਉਹਨਾਂ ਗੁਰਸਿੱਖਾਂ ਤੋਂ ਬਰਿਹਾਰ ਜਾਈਏ ਜੋ ਭਾਏ ਭਗਤ ਗੁਰਪੁਰਬ ਕਰਨ ਦੇ। ਭਾਏ ਭਗਤੀ ਦਾ ਮਤਲਬ ਦਾ ਭਾਵਨਾ ਸਹਿਤ, ਕਿ ਭਗਤੀ ਦੇ ਮੁਕਾਮ ਤੱਕ ਪਹੁੰਚਣ ਵਾਸਤੇ ਸਾਨੂੰ ਹੌਲੀ ਹੌਲੀ ਸਟੈਪ ਲੈਣੇ ਪੈਂਦੇ ਨੇ। ਪਰਮੇਸ਼ਰ ਦੀ ਭਗਤੀ, ਅਸੀਂ ਕਹਿੰਦੇ ਹਾਂ ਕਿ ਸਾਰੇ ਭਗਤੀ ਕਰਦੇ ਹਾਂ, ਪਰ ਫਿਰ ਅਸੀਂ ਕਦੇ ਕੁ ਸੋਚਦੇ ਜਿਸ ਤਰ੍ਹਾਂ ਮੈਂ ਭਗਤੀ ਕਰਦਾ ਉਹ ਭਗਤੀ ਇਦਾਂ ਕਿਉਂ ਨਹੀਂ ਕਰਦਾ। ਸਾਡੇ ਚ ਅਕਸਰ ਚੱਲਦਾ ਨਾ, ਕਦੇ ਕੁ ਜੀ ਮੈਂ ਤੇ ਇਦਾਂ ਕਥਾ ਕਰਦਾ, ਦੂਜਾ ਕਹਿੰਦੇ ਜੀ ਮੈਂ ਇਦਾਂ ਕਥਾ ਸੁਣਦਾ, ਇਦਾਂ ਕਥਾ ਕਿਉਂ ਨਹੀਂ ਕਰਦਾ, ਇਦਾਂ ਕਥਾ ਕਿਉਂ ਨਹੀਂ ਸੁਣਦਾ। ਇਹ ਸਾਡੇ ਚ ਫਰਕ ਲੱਗਦਾ ਹੈ ਨਾ। ਦਰਅਸਲ ਸਾਡੇ ਲੈਵਲ ਹੁੰਦੇ ਨੇ, ਸਾਡੇ ਵਿੱਚ ਕੁਝ ਜੀ ਨੇ ਜੋ ਕਰਮ ਤੱਕ ਸੀਮਿਤ ਨੇ, ਕੁਝ ਉਪਾਸਨਾ ਤੇ ਪਹੁੰਚਦੇ ਨੇ। ਇਹ ਪੜਾਅ ਹੁੰਦੇ ਨੇ। ਹੌਲੀ ਜਿਵੇਂ ਪ੍ਰਾਇਮਰੀ ਸੈਕਸ਼ਨ 'ਚ ਪੜ੍ਹਦੇ ਆ, ਹੌਲੀ ਅਸੀਂ ਮਿਡਲ ਜਾਂਦੇ ਆ, ਸੈਕੰਡਰੀ 'ਚ ਜਾਂਦੇ ਆ, ਫਿਰ ਕਾਲਜ 'ਚ ਦਾਖਲਾ ਮਿਲਦਾ ਨਾ। ਸਿੱਧਾ ਕਾਲਜ ਦਾਖਲਾ ਨਹੀਂ ਮਿਲਦਾ, ਤੇ ਸਭ ਨੂੰ ਪਹਿਲਾਂ NCKG ਵਿੱਚ ਜਾਣਾ ਪੈਂਦਾ ਹੈ, ਪ੍ਰਾਇਮਰੀ 'ਚ ਜਾਣਾ ਪੈਂਦਾ। ਉੱਥੇ ਖਿਡੌਣਿਆਂ ਨੇ ਖਿਡਾਇਆ ਜਾਂਦਾ, ਮੂਰਤਾਂ ਨੇ ਪੜ੍ਹਾਇਆ ਜਾਂਦਾ। ਇਹ ਕਰਮ ਖੇਤਰ ਹੁੰਦਾ, ਸਭ ਪਹਿਲਾਂ ਕਰਮ ਕਰਦੇ ਨੇ, ਫਿਰ ਉਪਾਸਨਾ ਹੁੰਦੀ ਹੈ, ਫਿਰ ਗਿਆਨ ਮਿਲਦਾ ਹੈ, ਫਿਰ ਪਤਾ ਲੱਗਦਾ ਨਹੀਂ ਕੁਛ ਹੋਰ ਵੀ ਚਾਹੀਦਾ, ਫਿਰ ਭਗਤੀ ਆਰੰਭ ਹੁੰਦੀ ਹੈ। ਅਸੀਂ ਤੇ ਸਾਰੇ ਕਰਮਾਂ ਨੂੰ ਠੀਕ, ਕਿਉਂਕਿ ਸਾਰੇ ਸਟੈਪ ਭਗਤੀ ਦੇ ਹੀ ਨੇ। ਜਿਵੇਂ ਸਾਰੇ ਸਟੈਪ ਵਿਦਿਆ ਦੇ ਹੀ ਨੇ, ਪ੍ਰਾਇਮਰੀ ਵੀ ਵਿਦਿਆ ਵਾਸਤੇ ਹੀ ਹੈ, ਤੇ ਜਦੋਂ PhD ਕਰਦਾ ਪਿਆ ਤਦ ਵੀ ਵਿਦਿਆ ਵਾਸਤੇ ਹੀ ਹੈ। ਸਟੂਡੈਂਟ ਹੀ ਹੋ ਭਾਵੇਂ ਪਹਿਲੇ ਦਿਨ, ਜਿਸ ਦਿਨ ਅਜੇ ਮਾਪਿਆਂ ਨੇ ਉਹਦਾ ਨਾਮ ਕਿਸੇ ਸਕੂਲ ਵਿੱਚ ਦਰਜ ਕਰਾਇਆ ਤੇ ਉਸਨੇ ਬਸਤਾ ਗਲ ਪਾ ਲਿਆ, ਅਜੇ ਉਸਨੂੰ ਨਾ ਕਿਤਾਬ ਦਾ ਪਤਾ ਹੈ, ਨਾ ਕਾਪੀ ਦਾ ਪਤਾ, ਨਾ ਸਕੂਲ ਦਾ ਕੁਛ ਨਹੀਂ ਪਤਾ। ਉਹ ਰੋਂਦਾ ਹੋਇਆ ਸਕੂਲ ਨੂੰ ਜਾਂਦਾ ਹੈ, ਨਹੀਂ ਜਾਣਾ ਨਹੀਂ ਜਾਣਾ। ਪਰ ਉਸ ਦਿਨ ਵੀ ਉਹਨੇ ਇੱਕ ਵਰਦੀ ਪਾ ਲਈ ਹੈ, ਟੈਗ ਲੱਗ ਗਏ, ਉਹਦਾ ਨਾਮ ਵਿਦਿਆਰਥੀ ਹੋ ਗਿਆ। ਤੇ ਜਿਸ ਦਿਨ ਉਸਨੇ ਮਾਸਟਰ ਡਿਗਰੀ ਲੈਣੀ ਹੁੰਦੀ ਹੈ, ਯੂਨੀਵਰਸਿਟੀ ਸਾਰੀ ਕੰਪਲੀਟ ਕਰਨ, ਮਾਸਟਰ ਡਿਗਰੀ ਮਿਲਣੀ ਹੈ, ਕੱਲ ਉਹਨੂੰ ਮਾਸਟਰ ਡਿਗਰੀ ਮਿਲਣੀ। ਸਵੇਰੇ ਉੱਠ ਕੇ ਤਿਆਰ ਹੁੰਦਾ ਹੈ, ਗਾਊਨ ਪਾਉਂਦਾ ਹੈ ਆਪਣਾ ਯੂਨੀਵਰਸਿਟੀ ਦਾ, ਉਸ ਦਿਨ ਵੀ ਉਹ ਸਟੂਡੈਂਟ ਹੀ ਹੈ। ਪਹਿਲੇ ਦਿਨ ਉਸਨੂੰ ਕੁਛ ਨਹੀਂ ਸੀ ਪਤਾ, ਪਰ ਆਖਰੀ ਦਿਨ ਉਸਨੂੰ ਸਭ ਕੁਛ ਪਤਾ ਹੈ, ਆਪਣੇ ਸਬਜੈਕਟ ਦਾ ਮਾਹਰ ਹੋ ਚੁੱਕਾ ਹੈ। ਅਧਿਆਪਕ ਉਸਨੂੰ ਆਪਣੇ ਕੋਲ ਬਰਾਬਰ ਬਿਠਾਉਣ ਲਈ ਤਿਆਰ ਬੈਠੇ ਨੇ, ਪਰ ਅਜੇ ਵੀ ਉਹਦਾ ਨਾਮ ਸਟੂਡੈਂਟ ਹੀ ਹੈ, ਵਿਦਿਆਰਥੀ ਹੀ ਹੈ। ਇਸੇ ਤਰ੍ਹਾਂ ਸਾਡੇ ਚ ਜੋ ਪਹਿਲੇ ਦਿਨ ਇੱਥੇ ਮੱਥਾ ਟੇਕਣ ਆ ਰਹੇ, ਜਿਸ ਨੂੰ ਗੁਰੂ ਦੇ ਬਾਰੇ ਕੁਛ ਨਹੀਂ ਪਤਾ, ਪਰਮਾਤਮਾ ਦੇ ਬਾਰੇ ਕੁਛ ਨਹੀਂ ਪਤਾ, ਆ ਗਿਆ ਸਿੱਖ ਹੋਣਾ ਸ਼ੁਰੂ ਹੋ ਗਿਆ, ਕਿਸੇ ਦੇ ਨਾਲ ਆ ਗਿਆ, ਪਹਿਲੇ ਦਿਨ ਆ ਗਿਆ ਤੇ ਕਹਿੰਦਾ ਬਾਬਾ ਮੈਨੂੰ ਸਿੱਖੀ ਦਾਨ ਬਖਸ਼ਿਸ਼ ਕਰ ਦੇ, ਮੈਨੂੰ ਕੁਛ ਨਹੀਂ ਆਉਂਦਾ, ਮੇਰੇ ਪੱਲੇ ਕੁਛ ਨਹੀਂ ਗਾ, ਕਰਮ ਧਰਮ ਗਿਆਨ ਧਿਆਨ ਕੁਛ ਨਹੀਂ ਪਤਾ, ਮੈਨੂੰ ਸਿੱਖੀ ਦੇ ਦਿਓ। ਉਹ ਸਿੱਖ ਹੋ ਜਾਂਦਾ ਹੈ, ਹੌਲੀ ਹੌਲੀ ਤੁਰਦਾ ਜਾਂਦਾ ਹੈ। ਅਸੀਂ ਮੰਨਦੇ ਹਾਂ ਮਨ ਵਿਗਿਆਨ ਤੇ ਐਜੂਕੇਸ਼ਨ ਸੈਕਟਰ 'ਚ ਪੜ੍ਹਾਇਆ ਜਾਂਦਾ ਹੈ। ਅਸਾਂ ਦੇਖਿਆ ਸਾਰਿਆਂ ਨੇ, ਆਪ ਜੋ ਮਾਸਟਰ ਡਿਗਰੀਆਂ ਜਿਨ੍ਹਾਂ ਲਈਆਂ ਨੇ ਪਤਾ ਉਹਨਾਂ ਨੂੰ 21 ਤੋਂ 24 ਸਾਲ ਲੱਗ ਜਾਂਦੇ ਨੇ ਬੱਚੇ ਨੂੰ, ਤਦ ਜਾ ਕੇ ਕਿਤੇ ਮਾਸਟਰ ਬਣਦਾ ਹੈ। ਅਸੀਂ 4 ਕੁ ਸਾਲ ਦਾ ਬੱਚਾ ਸਕੂਲੇ ਦਾਖਲ ਕਰ ਦਿੰਦੇ ਹਾਂ ਤੇ 25 ਕੁ ਸਾਲ ਦਾ ਬੱਚਾ ਵਾਪਸ ਆਉਂਦਾ ਜਦੋਂ ਮਾਸਟਰ ਹੋ ਕੇ ਆਉਂਦਾ। ਇਸੇ ਤਰ੍ਹਾਂ ਇਸ ਰਾਹ ਤੇ ਤੁਰਦੇ ਆ, ਹਰ ਰੋਜ਼ ਥੋੜਾ ਥੋੜਾ ਇੱਕ ਸ਼ਬਦ, ਇੱਕ ਅੰਗ ਵੀ ਪੜ੍ਹਦੇ ਗਏ, ਸੁਣਦੇ ਗਏ, ਸ਼ਬਦ ਵਿਚਾਰਦੇ ਗਏ,
एक एक गुरु की सिक्ख्या भी पल्ले बन दे गए तो फिर बदल जावांगे, गुरुमुख हो जावांगे। तो मनोविग्यानिक मनते ने कि तब्दीली वास्ते 21 साल के सर्कल होंगे ने। असी बचपन की दहली जवानी सब छड़ देने 21 साल 42 साल मैच्योर हो जाने आ, फिर असी 62 साल जाके तीसरे पड़ाव से बुढ़ापे नूं आरंभ कर देने आ। इस तरह 82-83 साल तक जाके असी सब कुछ संसार की पकड़ ढिलियां कर देने। बड़े सर्कल ने जो साडे नाल शरीर के विज्ञान ते जो साडे शरीर के विज्ञान के नाल अंदरूनी स्ट्रक्चर है साडा, बहुत कुछ चलता रहिंदा। वो सतगुरु ने सानू बहुत बारीकी च दिता है। शब्द का ज्ञान बहुत बारीक है। अज का दिन मुबारक फिर आप सारिਆਂ ਨੂੰ ਸਾਹਿਬ श्री गुरु प्रथम प्रकाश श्री दरबार साहिब विखे हुए। पातशाह साहब जी ने अपना स्थान जिथे गुरु बैठ के दर्शन देंदे सन, जिवें गुरु पातशाह ते चंवर हुंदा है, ये चंवर छत्र तख्त ये चीज़ां जो धन गुरु रामदास साहब जी के दरबार च पहलां सजदियां सन, ये हौली सारा कुछ ही हुण गुरु ग्रंथ साहिब जी नूं प्राप्त हो गया। अज असीं कहने ने चंवर तख्त छत्र दे मालक। अज जे किते ते चंवर झुलदा है साडे घर ते केवल गुरु ते, छत्र लगदा है ते केवल गुरु ते, तख्तां दे मालक ने ते केवल गुरु ग्रंथ साहिब जी। अज ये 3 चीज़ां तख्त दे मालक गुरु ग्रंथ साहिब जी, चंवर ते छत्र झुलदे ने ते केवल गुरु ग्रंथ साहिब जी ते। साडे चों वैसे तो सियाणप ते किते संसार वरते कोई मनुख मात्र, क्योंकि मनुख अज नहीं कल बिनस जाना है, वो चंवर छत्र का मालक नहीं हो सकता। हो सकता है कोई डांग के जोर के नाल राजसी तख्त नूं मल के बह जाए, कुछ समय लिए हो सकता है, क्योंकि राजसी तख्त केवल ताकत ना खोए जाते हैं। जितनी बार भी राजसी तख्तां का तबादला होया वो बल दे नाल खोए गए ने, क्योंकि राज बल तो बिना नहीं चलता। पर चेता रखना, आज सच्चा तख्त है ये खोया नहीं जाता, ये मलिया नहीं जाता, ये दिता जाता है। खोण की कोशिश की है ना कई बार लोगों ने, बाबा दातू ने भी तो खोण की कोशिश की सी, तख्त ते मल बैठन की कोशिश भी की है, पर की खटिया उन्हें। धीर मल ने कोशिश की है, की खटे उन्हें। अज भी लोग तड़पते ने, कोशिशें करते हैं, पर चेता रखना इस तख्त ते उही बैठेगा जिसनों वो निवा जमगे। तख्ते राजा सो बह सी पढ़ते ना, वो दुनिया के तख्तां की भी गल चलती है, पर यह तख्त अज शब्द का प्रकाश है। तख्त दे मालक, चंवर दे मालक, छत्र दे मालक गुरु ग्रंथ साहिब जी। प्राप्तियां हुईयां संध्या दे वेले महाराज ने कोठा साहिब विखे, जिथे बाद विच श्री अकाल तख्त साहिब तामील होए ने, उथे सुख आसन कीते ने। और वो अज भी विचकार कई गैप आए, इतिहास के उतार चढ़ाए। ऐसा भाई मनी सिंह जी ने मुड़ सानू अज बख्शिशां मिलियां ने, जो अज श्री दरबार साहिब विखे आपां दर्शन करते हैं। निता प्रति आसा की वार दे वेले महाराज के दर्शन ते संध्या दे वेले महाराज जी का उत्थों जाके अपने सुख आसन च विराजमान होना, ये परंपरावां हौली हौली साडे फिर उन्होंने सुरजीत किया गया, जोड़िया गया। असीं अज उन्हां प्राचीन परंपरावां नूं, प्राचीनता नूं देखदे हां, मनदे हां, उहदे विच आनंद है। हौली हौली असीं कर्म तो उपासना जाने, असीं सारे मनदे ना, असीं श्री गुरु ग्रंथ साहिब जी के उपासक हां। इत्थे पूजा नहीं हुंदी, इत्थे उपासना हुंदी है। ऐसी श्री गुरु ग्रंथ साहिब जी के उपासक हाँ। एक बेनती निकी जी करते हैं, क्योंकि कदे कदे होंदा है मेरे ते दोष लगता है कि मैं फिलासफी बहुत ही बोलता, सुभावक ही, क्योंकि सुभाव बन गया। कई साल मनोविज्ञान ते फिलासफी पढ़न करके आदत जी बन गई फिलासफी की। ते गुरबाणी सारी बहुत गहन चिंतन है। एक एक तुक दे विच असीं ते कई बार वेखिआ, कई कई दिन लगे रहिए तद एक तुक भी नहीं, क्योंकि आप दसे सोदर जी शामी पढ़ते हो तो पढ़ते हो ज्ञानी ध्यानी, बड़े 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 ज्ञानी ध्यानी इकट्ठे हो जान, गुर गुर हाई, ते की एक तिल मात्र की व्याख्या कर पावांगे ते पता लगता नहीं। एक थां पातशाह ने आप लिखा है ना, सारी धरती नूं मैं कागज बना ला। एक थां बचन किया पातशाह दशमेश जी का, कदे कदे पाठ करदे आपने पढ़िया होगा, जो सियाणियां तो कई बार दानियां तो सुनिया होगा।
ਭਾਰਤੀ ਦਰਸ਼ਨ ਦੇ ਵਿੱਚ ਕੋਈ ਦੇਵੀ ਦੇਵਤਿਆਂ ਦਾ ਚਰਚਾ ਸੀ ਪੂਜਾ ਪਾਠ ਵਾਸਤੇ ਮੈਂ ਨਹੀਂ ਕਹਿੰਦਾ, ਉਦਾਹਰਣ ਵਾਸਤੇ ਵਰਤਦੇ ਆ। ਕਹਿੰਦੇ ਨੇ ਸਰਸਵਤੀ ਦੇਵੀ ਵਿਦਿਆ ਦੀ ਹੈ, ਗਣੇਸ਼ ਦਾ ਪ੍ਰਥਮ ਪੂਜਕ ਹੈ। ਕਹਿੰਦੇ ਕਿ ਜੇ ਕਿਤੇ ਸਰਸਵਤੀ ਨੂੰ ਮੈਂ ਬੋਲਣ ਲਗਾ ਦਿਆਂ ਵੀ ਤੂੰ ਬੋਲ, ਤੇ ਗਣੇਸ਼ ਨੂੰ ਕਿ ਤੁਸੀਂ ਦੇਵਤਾ ਜੀ ਲਿਖਣਾ ਸ਼ੁਰੂ ਕਰ ਦਿਓ ਦੋਨਾਂ ਹੱਥਾਂ ਨਾਲ, ਤੇ ਫਿਰ ਕੀ ਲਿਖ ਲਵਾਂਗੇ? ਉਹ ਓਂਕਾਰ ਦੀ ਤਾਰੀਫ ਕਦੇ ਪੜ੍ਹੇ ਹੋਣਾ ਅਕਾਲ ਉਸਤਤ ਵਿੱਚੋਂ, सारस्वती वक्ता करके जुग कोट गणेश के हाथ लिखाए हों। सरस्वती वक्ता हो जाए, गणेश लिखन लग पन, जुग कोट करोड़ा जुग लिख दे रहन, एक ओंकार की व्याख्या नहीं लिख पाउणगे। खैर असीं वापस आइए। पातशाह साहब जी ने बख्शिश की, सानू अज 10 दिन प्राप्त होए, मुबारक। असीं वडभागी हैं इस पक्षों कि सानू अज का दिन प्राप्त होया, साढ़े जीवन का अज का दिन मुबारक है। अज सत्संगत मिली, ये मुड़ के नहीं आना। हो सकता जन्म किसी नूं सानूं मिले, पर असीं ते ख्वाहिश रखते हैं नहीं जन्म भी ना मिले। अब की बार बख्श बंदे, बस आ गए हाँ, नहीं जाना, नहीं मरना। इस भाव च टिक सकी ते आओ उस भाव च टिके आ अपने गुरु पातशाह दे कोल बैठ दिए। उही पंचम पातशाह साहब श्री गुरु अर्जन देव महाराज जिन्हां ने बख्शिशां कीतियां, ज्ञान सानू बख्शिया, ध्यान सानू बख्शिया, कर्म उपासना जो सब कुछ सानू साहब ने बख्शिश कर दिता है। उन्हां दे दर्शन ध्यान दर्शन आपां कर रहे सां। पिछे साखी वाच रहे सां। संतोख सर साहब के मुकाम तो खुदाई के दरम्यान जोगी प्राप्त होए, उसने ब्रह्म ज्ञान दियां बहुत ब्रह्म विद्या दी बातां पातशाह साहब ने सांझियां कीतियां ने। पातशाह साहब जी की अमृतमय दृष्टि उत्ते पई है, शुभ हो गया है। तमाम जन्मां दी साधना दे नाल भी कोई जी शुभ नहीं जे हुंदा। जन्मां दी साधना दे नाल विद्या मिल सकती है, संभावना है, करामाती हो सकता है, संभावना है, पर शुभ नहीं जे हो सकता। शुभ हुंदा है जदों गुरु की दृष्टि पैंदी। अमय दृष्टि शुभ करे, अमृतमय दृष्टि ही शुभ कर देंदी है। गुरु की दृष्टि पई, नदर जिन्हों आपां कह दिंदे आ, रहमत की नदर पई, शुभ हो गया, हिरदा पवित्र हो गया। आपां इंज कह सकते हैं नदर पै गई, निहाल हो गया। आपां के नानक नदरी नदर निहाल हो गया। हुण निहाल हो गए कि लगा बाबा बस जिंदगी की साधना मुकम्मल हो गई है। जो चाहता सा वो मिल गया, जिसकी उड़ेक सी वो मिल गया, जो प्राप्ति करने वास्ते तरले लैंदा सा वो मिल गया। हुण रुखसत कर दिओ। महाराज ने उन्होंने रुखसत कीते, उन्हें चूड़ा त्याग दिता है। रुखसत हो, त्याग हो, वो अपने निज लोग निज घर नूं निज देश नूं गमन कर गए ने। महाराज जी के पावन दरबार सजदे ने। सजे हुए दरबारां दे विच उत्थे निता प्रति ही संगतां वल्लों कोई ना कोई बचन विलास सुनते ने, ते कदे कदे कोई ना कोई घटनाक्रम भी वरतदा रहिंदा है। निता प्रति दे बचन विलास इतिहास विच दर्ज नहीं हो पाते। कुछ वड्डे वड्डे घटनाक्रम जो कदे कदे किते किते किसे किसे दिन कोई सिख आके कोई वचन कर दिंदा है, आले दुआले तो कोई सुख दुख का सनेहा आ जाता है। उस सुख दुख के सनेहे के सदके हालात जो हरकत पैदा करते हैं, जिवें रोज तालाब शांत होवे, कोई व्याख्या नहीं हुंदी, किसी दिन कोई कंकड़ पत्थर आ जाता है तो लहर पैदा हो जाती है, उसकी चर्चा हो जाती है। इसी तरह गुरु दरबार विच भी जदों कोई प्यारा आ जाता है, कोई जिग्यासू आ जाता है, कोई अभ्यासी आ जाता है, जहाँ कोई मांगत आ जाता है, कोई दुखिया आ जाता है, तो फिर वो अपनी गल रख देंदा है। तो फिर वो जदों आले दुआले सिखां दे विच चर्चा भी हुंदी है, तो गुरु महाराज फिर उसकी व्याख्या भी करते हैं, तो उसका समाधान भी करते हैं, तो उन्हें रहमत दृष्टि भी पाउंदे ने। फिर वो साडे इतिहास की साखी बन जाती है, तो उहदे विचों असां सिक्ख्या तलाशने। एक दिन इसी तरह पातशाह साहब जी बैठे सन, जोगी रुखसत हो गए ने, वो अपने निज धाम चले गए ने। ते जोगी दे रुखसत होने तो बाद विच गुरु दरबार च बहुत वड्डा घटनाक्रम वरते। अज उत्थों नवी गल आपां आरंभ करदे हां। जदों महाराज जी ने बख्शिशां वरताईयां ने, ते फिर अज हो गए इम जोगी तपसी वो रुखसत हो गए ने। अज इथों अगली गल आपां आरंभ करदे हां। गुरु महाराज के पावन दरबार च की कुछ वरतदा है, किवें कुछ होर नवे घटनावां नवीं साखियां प्राप्त होंदियां हन।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹੈ ਇਹ ਥਾਨ ਪੁਨੀਤ ਮਹਾਨ, ਜੋ ਸੇਵੈ ਨਰ ਆਨ ਸੁਜਾਨਾ। ਜਦੋਂ ਉੱਥੇ ਜਿਹਨੂੰ ਅੱਜ ਅਸੀਂ ਸ੍ਰੀ ਸੰਤੋਖ ਸਰ ਸਾਹਿਬ ਕਹਿੰਦੇ ਹਾਂ, ਜੋਗੀ ਨੂੰ ਰੁਖਸਤ ਕੀਤਾ, ਇਹ ਬਚਨ ਉਦੋਂ ਉੱਥੇ ਵਰਤਿਆ ਵੀ ਜੋ ਭਾਈ ਇੱਥੇ ਆ ਕੇ ਇਸ਼ਨਾਨ ਕਰੇਗਾ, ਪ੍ਰਾਪਤੀਆਂ ਕਰੇਗਾ। ਅਸੀਂ ਮੰਨਦੇ ਹਾਂ ਨਾ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੀ ਜੋ 5 ਮੁੱਖ ਸਰੋਵਰ ਨੇ, ਉਹਨਾਂ ਦੀ ਅਲੱਗ-ਅਲੱਗ ਮਹਾਨਤਾਵਾਂ ਨੇ, ਸਾਰੇ ਅੰਮ੍ਰਿਤ ਭਰਪੂਰ ਨੇ, ਸਾਰੇ ਗੁਰੂ ਕੀ ਰਹਿਮਤਾਂ ਦੇ ਛੋਹ ਪ੍ਰਾਪਤ ਹੋਈ ਹੈ, ਸਾਰਿਆਂ ਵਿੱਚ ਗੁਰੂ ਕਲਾ ਹੀ ਵਰਤਦੀ ਹੈ। ਪਰ ਗੁਰੂ ਕਲਾ ਦੇ ਵੀ ਪੱਖ ਬੜੇ ਬਾਰੀਕ ਅਲੱਗ-ਅਲੱਗ ਨੇ। ਗੁਰੂ ਕਲਾ ਦੇ ਇਤਨੇ ਬਾਰੀਕ ਪੱਖ ਨੇ ਕਿ ਸ਼ਾਇਦ ਸਾਡੀ ਸਾਰੀਆਂ ਉਮਰਾਂ ਲੱਗ ਜਾਣਗੀਆਂ, ਤਦ ਵੀ ਨਹੀਂ ਪਤਾ ਭੇਤ ਲੱਗਦਾ। ਵਿਵੇਕ ਸਰਬ ਜਾ ਕੇ ਕੋਈ ਬੈਠੇ ਤੇ ਵਿਵੇਕ ਦੀ ਪ੍ਰਾਪਤੀ ਹੋਏਗੀ, ਇੱਥੇ ਕੋਈ ਬੈਠੇ ਤੇ ਸੰਤੋਖ ਦੀ ਪ੍ਰਾਪਤੀ ਹੋਵੇਗੀ। ਬਚਨ ਹੁੰਦਾ ਹੈ ਇੱਥੇ ਪ੍ਰਾਪਤੀਆਂ ਹੁੰਦੀਆਂ ਹਨ। ਸ਼ਰਧਾ ਧਰੈ ਬੰਦਨਾ ਠਾਨ। ਹਾਂ, ਬਸ ਗੱਲ ਇੱਕ ਹੈ, ਪ੍ਰਾਪਤੀਆਂ ਕਿਹਨਾਂ ਨੂੰ ਹੁੰਦੀਆਂ ਨੇ? ਕਿ ਹਰ ਇੱਕ ਚੀਜ਼ ਸਭ ਕੁਝ ਲੈ ਜਾਂਦਾ ਹੈ? ਤੇ ਜਵਾਬ ਨਹੀਂ ਹੈ। ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ। ਸਾਰੇ ਦੇਖਦੇ ਨੇ। ਇਹਨੇ ਕੁਝ ਅੰਸ਼ਾਤਮਕ ਪ੍ਰਾਪਤੀਆਂ ਹੁੰਦੀਆਂ ਨੇ, ਪਰ ਪੂਰਨ ਪ੍ਰਾਪਤੀਆਂ ਸਾਰਿਆਂ ਨਹੀਂ ਹੁੰਦੀਆਂ। ਸਾਰੀਆਂ ਪ੍ਰਾਪਤੀਆਂ ਉਹਨਾਂ ਨੂੰ ਹੁੰਦੀਆਂ ਨੇ ਜੋ ਆਪਣੇ ਗੁਰੂ ਦਾ ਗਿਆਨ ਪ੍ਰਾਪਤ ਕਰਦੇ ਨੇ, ਗੁਰੂ ਦੇ ਪ੍ਰਤੀ ਸ਼ਰਧਾ ਰੱਖਦੇ ਨੇ, ਗੁਰੂ ਤੇ ਵਿਸ਼ਵਾਸ ਰੱਖਦੇ ਨੇ, ਫੇਥ ਰੱਖਦੇ ਨੇ। ਕਹਿਣ ਲੱਗੇ ਜਿਹੜਾ ਸ਼ਰਧਾ ਕਰਕੇ ਆਏਗਾ, ਬਖਸ਼ਿਸ਼ਾਂ ਤੇ ਉਹਨੂੰ ਮਿਲਣੀਆਂ। ਅਸੀਂ ਆਉਨੇ ਆ, ਪ੍ਰਸ਼ਾਦ ਕਿਹਨੂੰ ਮਿਲਦਾ? ਜੋ ਬੁੱਕ ਕਰਦਾ। ਨਿੱਕਾ ਜਿਹਾ ਫਾਰਮੂਲਾ, ਸਿੱਧਾ ਸਾਦਾ ਗੱਲ ਹੈ ਨਾ। ਪ੍ਰਸ਼ਾਦ ਉਸੇ ਨੂੰ ਮਿਲਣਾ ਹੈ, ਭਾਵੇਂ ਪੜ੍ਹਿਆ ਹੈ ਤੇ ਭਾਵੇਂ ਅਨਪੜ੍ਹ ਹੈ, ਗਰੀਬ ਹੈ ਤੇ ਅਮੀਰ ਹੈ, ਕੌਣ ਹੈ, ਕਿੱਧਰੋਂ ਆਇਆ, ਅਸੀਂ ਕੁਛ ਨਹੀਂ ਪੁੱਛਦੇ। ਕਦੇ ਕਿਸੇ ਪ੍ਰਸ਼ਾਦ ਵਰਤਾਉਣ ਵਾਲੇ ਨੇ ਪੁੱਛਿਆ ਵੀ ਤੂੰ ਕੌਣ ਹੈ, ਤੂੰ ਕਿੱਥੋਂ ਆਏ, ਤੇਰੀ ਦੇਸ਼ ਜਾਤ ਕੌਮ ਕੀ ਹੈ? ਨਹੀਂ ਪੁੱਛੇਗਾ। ਸਿਰਫ ਇੱਕ ਗੱਲ ਕਹੇਗਾ, ਭਾਈ ਬੁੱਕ ਕਰ। ਬਸ ਵਰਤਾਵਾ ਪ੍ਰਸ਼ਾਦ ਵਰਤਾਉਣ ਵਾਲਾ ਸਿਰਫ ਇੱਕ ਗੱਲ ਕਹਿੰਦਾ, ਪੁੱਛਦਾ ਉਹ ਵੀ ਨਹੀਂ। ਕਹਿੰਦਾ ਦੇਗ ਲੈਣੀ ਹੈ, ਪ੍ਰਸ਼ਾਦ ਲੈਣਾ ਹੈ, ਹਾਂਜੀ, ਫਿਰ ਬੁੱਕ ਕਰ। ਤੇ ਜੇ ਬੁੱਕ ਨਹੀਂ ਕਰੇਗਾ ਤਾਂ ਤੂੰ ਜੋ ਮਰਜ਼ੀ ਹੋਵੇ, ਪ੍ਰਸ਼ਾਦ ਨਹੀਂ ਮਿਲੇਗਾ। ਮੇਰੇ ਵਰਗਾ, ਤੁਹਾਡੇ ਵਰਗਾ ਨੇਤਾ ਪ੍ਰਤੀ ਇੱਥੇ ਆਉਣ ਵਾਲਾ ਵਿਅਕਤੀ ਵੀ ਜਿਹੜਾ ਕਵੇ ਕਿ ਮੈਨੂੰ ਨਹੀਂ ਮਿਲੇਗਾ, ਰਾਜਾ ਵੀ ਆ ਕੇ ਕਹੇ ਨਹੀਂ ਮਿਲੇਗਾ, ਜਿਸਨੇ ਵੀ ਪ੍ਰਸ਼ਾਦ ਪ੍ਰਾਪਤ ਕਰਨਾ ਹੈ, ਬੁੱਕ ਕਰ ਭਾਈ। ਤੂੰ ਕੌਣ ਹੈ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਤੂੰ ਬੁੱਕ ਕਰੇਗਾ, ਬੁੱਕ 'ਚ ਪ੍ਰਸ਼ਾਦ ਪੈ ਜਾਏਗਾ। ਇਵੇਂ ਹੀ ਜਦੋਂ ਅਸਾਂ ਗੁਰੂ ਤੋਂ ਕੁਝ ਪ੍ਰਾਪਤ ਕਰਨਾ ਹੈ, ਅਸੀਂ ਪੜ੍ਹੇ ਹਾਂ, ਅਨਪੜ੍ਹ ਹਾਂ, ਗਿਆਨੀ ਹਾਂ, ਧਿਆਨੀ ਹਾਂ, ਜੋਗੀ ਹਾਂ, ਜੰਗਮ ਹਾਂ, ਕੀ ਹਾਂ, ਕੋਈ ਕੀਮਤ ਫਰਕ ਨਹੀਂ ਪੈਂਦਾ। ਕਿ ਸਾਡੇ ਹਿਰਦੇ 'ਚ ਆਪਣੇ ਗੁਰੂ ਦੇ ਪ੍ਰਤੀ ਸ਼ਰਧਾ ਹੈ, ਕਿ ਗੁਰੂ ਪ੍ਰਤੀ ਪਿਆਰ ਹੈ। ਜਿਸ ਹਿਰਦੇ ਵਿੱਚ ਸ਼ਰਧਾ ਤੇ ਪਿਆਰ ਹੈ, ਉੱਥੇ ਬਰਕਤ ਪੈ ਜਾਏਗੀ। ਉਹ ਕੁਛ ਨਾ ਕੁਛ ਲੈ ਹੀ ਜਾਏਗਾ, ਉਹ ਸਖਣਾ ਨਹੀਂ ਜਾਏਗਾ। ਕਿਉਂਕਿ ਜਿਹਦਾ ਜਰਾ ਜਿੰਨਾ ਭਾਂਡਾ ਸਿੱਧਾ ਹੋ ਗਿਆ, ਮੀਂਹ ਪਿਆ ਤੇ 4 ਬੂੰਦਾਂ ਤੇ ਪੈ ਹੀ ਜਾਣਗੀਆਂ ਨਾ, ਉਹ ਸੁੱਕਾ ਨਹੀਂ ਜਾਏਗਾ, ਕੁਛ ਨਾ ਕੁਛ ਪ੍ਰਾਪਤ ਕਰ ਹੀ ਜਾਏਗਾ। ਹਾਂਜੀ, ਸਤਨਾਮ ਸਿਮਰਹਿ ਗੁਣ ਗਾਨ। ਬਸ ਗੱਲ ਸ਼ਰਧਾ ਸੇ ਕਰਨਾ ਕੀ ਹੈ? ਸਤਨਾਮ ਸਿਮਰਨਾ ਜ਼ਰੂਰ ਹੈ। ਸਾਨੂੰ ਹੁਕਮ ਹੈ, ਜਪ ਮਨ ਸਤਨਾਮ ਸਦਾ ਸਤਨਾਮ। ਸੰਗਤ ਵਿੱਚ ਜੋ ਵੀ ਆਵੇ, ਜਿਤਨਾ ਸਮਾਂ ਬੈਠੇ ਬਹਿਣ ਨੂੰ ਪ੍ਰਾਪਤ ਹੋਵੇ, ਰੋਜ਼ ਬੇਨਤੀਆਂ ਕਰੀਏ, ਜਿਤਨਾ ਵੀ ਸਮਾਂ ਸਾਨੂੰ ਸਤ ਸੰਗਤ ਵਿੱਚ ਬੈਠਣ ਨੂੰ ਮਿਲੇ, ਵੈਸੇ ਯਤਨ ਕਰਿਆ ਕਰੀਏ। ਵੱਧ ਤੋਂ ਵੱਧ ਸਮਾਂ, ਗਿਣਤੀ ਮਿਣਤੀ ਤਾਂ ਅਸੀਂ ਨਹੀਂ ਕਹਿ ਸਕਦੇ। ਮਹਾਰਾਜ ਨੇ ਇੱਕ ਪਹਿਰ ਇੱਕ ਥਾਂ ਕਿਹਾ ਹੋਏ, ਵਡੇਰੇ ਕਿਤੇ ਕਿਤੇ ਸਾਨੂੰ ਕਹਿੰਦੇ ਦਸਵੰਧ ਕੱਢਿਆ ਕਰੋ, ਜੇ ਬਹੁਤਾ ਨਹੀਂ ਸਵੇਰੇ ਸ਼ਾਮ ਘੜੀ 2 ਘੜੀ, ਅੱਧੀ ਘੜੀ, ਅੱਧੀ, ਥੋੜੀ ਤੋਂ ਥੋੜੀ। ਤੇ ਕਿਤੇ ਕਿਤੇ ਚਲੋ ਇੰਨਾ ਨਹੀਂ, ਬਹੁਤ ਭੱਜ ਨੱਠ ਵਿੱਚ ਆਏ ਹੋ, ਬੜੀ ਕਾਹਲੀ ਚ ਆਏ ਹੋ, 3 ਮਿੰਟ ਤਾਂ ਬਹਿ ਹੀ ਜਾਇਆ ਕਰੋ ਨਾ। ਜੇ 30 ਮਿੰਟ ਦੀ ਡਰਾਈਵ ਕਰ ਸਕਦੇ ਹੋ ਗੁਰੂ ਘਰ ਆਉਣ ਲਈ, ਤੇ ਕੀ 3 ਮਿੰਟ ਵੀ ਇੱਥੇ ਸਾਡੇ ਕੋਲ ਸਮਾਂ ਨਹੀਂ ਹੈ? 2, 2.5, 3 ਮਿੰਟ ਬੈਠ ਕੇ ਜਾਂ ਕਥਾ ਕੀਰਤਨ ਹੋ ਰਿਹਾ ਸੁਣ ਲਈਏ, ਨਹੀਂ ਤਾਂ ਚਲੋ ਸਤਨਾਮ ਵਾਹਿਗੁਰੂ ਦਾ ਜਾਪ ਹੀ ਕਰ ਲਈਏ, 2-3 ਮਿੰਟ ਬਹਿ ਕੇ ਅਰਦਾਸ ਹੀ ਕਰ ਲਈਏ, ਟਿਕ ਕੇ ਕਰ ਲਈਏ। ਕਿਉਂਕਿ ਟਿਕਾਂਗੇ ਤੇ ਕੁਛ ਮਿਲੇਗਾ, ਬਿਨਾਂ ਟਿਕਿਆ ਕੁਛ ਨਹੀਂ ਜੀ ਮਿਲਦਾ। ਸੰਸਾਰ ਵਿੱਚ ਚੱਲਾਂਗੇ ਤੇ ਕੁਛ ਮਿਲੇਗਾ, ਤੇ ਇੱਥੇ ਟਿਕਾਂਗੇ ਤੇ ਕੁਛ ਮਿਲੇਗਾ। ਸਤਨਾਮ ਸ਼ਰਧਾ ਨਾਲ ਜਪੀਏ ਸਤ ਸੰਗਤ ਵਿੱਚ। ਹਾਂਜੀ, ਇਸ ਥਲ ਕੀ ਜਹੈ ਤਾਲ ਵਿਸਾਲ। ਫਿਰ ਸ਼ੁਰੂਆਤ ਤੇ ਕੰਮ ਹੋ ਹੀ ਚੁੱਕਾ ਸੀ,
ਬਚਨ ਹੋਇਆ। ਹੁਣ ਇੱਥੇ ਤਾਲ ਬਣੇਗਾ, ਤਾਲ ਕੀਤਾ ਜਾਏਗਾ। ਤਾਲ ਬਣਾਓ ਭਾਈ, ਪਾਲ ਸੰਤੋਖ ਸਰਬਾਜ ਦਾ ਨਾਮ ਰੱਖਿਆ ਗਿਆ। ਮੱਜਤ ਤਿਆਗ ਹੈ ਪਾਪ ਕਰਾਲਾ। ਜਿਹੜਾ ਇੱਥੇ ਇਸ਼ਨਾਨ ਕਰੇਗਾ ਦੇ ਪਾਪ ਮਿਟਣਗੇ, ਗੁਨਾਹ ਮਿਟ ਜਾਣਗੇ, ਕਿਉਂਕਿ ਬਰਕਤਾਂ ਤੇ ਗੁਰੂ ਕੇ ਪਿਆਰ ਦੀਆਂ ਵਰਤਦੀਆਂ ਰਹਿਣੀਆਂ ਨੇ। ਹਾਂਜੀ। ਨਾਸਤ ਹੋਏ ਸਭ ਮਨ ਕੇ ਦੋਸ਼। ਮਨ ਦੇ ਦੋਸ਼ ਸਤ ਸੰਗਤ ਵਿੱਚ ਆ ਕੇ ਦੋਸ਼ ਨਾਸ ਹੋ ਜਾਂਦੇ ਨੇ, ਪਾਪ ਮਿਟ ਜਾਂਦੇ ਨੇ, ਅੱਗ ਮਿਟ ਜਾਂਦੀ, ਕਿਉਂਕਿ ਇਹ ਅੱਗ ਨਾਸ਼ਨ ਜਗਦੀਸ਼ਰ ਦਾ ਸਥਾਨ ਹੈ। ਇੱਥੇ ਪਾਪ ਮਿਟਦੇ ਨੇ। ਜੋ ਵੀ ਇੱਥੇ ਆ ਕੇ ਸ਼ਰਧਾ ਭਾਵ ਦੇ ਨਾਲ ਬੈਠੇਗਾ, ਸਤ ਸੰਗਤ ਕਰੇਗਾ, ਦਰਸ਼ਨ ਪਰਸ਼ਨ ਕਰੇਗਾ, ਇਸ਼ਨਾਨ ਕਰੇਗਾ, ਸਤਨਾਮ ਵਾਹਿਗੁਰੂ ਦਾ ਜਾਪ ਕਰੇਗਾ ਭਾਈ, ਉਹਦੇ ਪਾਪ ਨਿਵਰਤ ਹੋਣਗੇ, ਮਨ ਸ਼ਾਂਤ ਹੋਏਗਾ, ਟਿਕਾਓ ਤੇ ਸੰਤੋਖ ਮਿਲੇਗਾ। ਪ੍ਰਾਪਤ ਹੋਵੇ ਤੇ ਸੰਤੋਸ਼। ਉਸ ਨੂੰ ਸੰਤੋਖ ਮਿਲੇਗਾ ਜੋ ਇੱਥੇ ਆ ਕੇ ਟਿਕਾਓ ਪ੍ਰਾਪਤ ਕਰੇਗਾ, ਇਸ਼ਨਾਨ ਕਰੇਗਾ, ਦਰਸ਼ਨ ਪਰਸ਼ਨ ਕਰੇਗਾ। ਨਿਮਰਥਾਨ ਪੁਨ ਕਹਿ ਖਨਵਾਇਓ। ਪਾਤਸ਼ਾਹ ਸਾਹਿਬ ਜੀ ਨੇ ਹੋਰ ਕਹਿ ਕੇ ਉਸ ਨੂੰ ਨਿਮਰ ਪੋਲਾ ਨੀਵੇਂ ਥਾਂ ਨੂੰ ਹੋਰ ਖਨਵਾਇਓ, ਭਾਵ ਖੁਦਾਈ ਕੀਤੀ, ਪਟਾਈ ਕਰਵਾਤੀ। ਬੈਠ ਵਿੱਚ ਸਭ ਪਾਉਣ ਚੜਾਇਓ। ਉਹਦੇ ਵਾਸਤੇ ਵੀ ਥਾਂ ਬਣਾਇਆ ਗਿਆ, ਕਿਉਂਕਿ ਜੋਗੀ ਪ੍ਰਾਣਾਯਾਮੀ ਸੀ, ਅਭਿਆਸੀ ਸੀ। ਹੁਣ ਇਹੋ ਜਿਹੇ ਜੋਗੀ ਸਮਾਧੀਆਂ ਲੈਂਦੇ ਹੁੰਦੇ ਨੇ, ਇਹੋ ਜੋਗੀਆਂ ਵਾਸਤੇ ਥਾਂ ਬਣਾਇਆ ਗਿਆ। ਪੁੱਟ ਕੇ ਡੂੰਘਾ ਤਾਂ ਟਿਕਾਣਾ ਬਣਾ ਦਿੱਤਾ ਗਿਆ। ਉਹ ਉਹਦੇ ਵਿੱਚ ਬੈਠ ਸਮਾਧੀ ਲੀਨ ਹੋ ਗਿਆ। ਦਸਵੇਂ ਦਵਾਰ ਜੋਰ ਕੋ ਪਾਵਾ। ਸਿਆਣੇ ਦੱਸਦੇ ਨੇ, ਸਾਖੀ ਕਰ ਦੱਸਦੇ ਕਿ ਜਦੋਂ ਥਾਂ ਬਣਾਤਾ ਗਿਆ, ਸਮਾਧੀ ਲੀਨ ਹੋਣ ਦਾ ਭਾਵ ਹੁੰਦਾ ਹੈ ਜਿਵੇਂ ਅਸੀਂ ਚੇਤਾਵਾਂ ਤੇ ਕਬਰਾਂ ਦੇ ਵਿੱਚ ਵਿਅਕਤੀ ਨੂੰ ਲਿਟਾ ਦਿੰਦੇ ਆ, ਤੇ ਸਮਾਧੀ ਜਿਨ੍ਹਾਂ ਦੀ ਬਣਾਈ ਜਾਂਦੀ ਹੈ ਉਹਨਾਂ ਨੂੰ ਨਾ ਲਿਟਾਇਆ ਨਹੀਂ ਜਾਂਦਾ। ਜਿਸ ਆਸਨ ਉਹ ਅਕਸਰ ਬੈਠ ਕੇ ਜਪ ਸਮਾਧੀਆਂ ਕਰਦੇ ਹੋਣ, ਉਸੇ ਆਸਨ ਸਰੀਰ ਨੂੰ ਬਿਠਾਇਆ ਜਾਂਦਾ ਹੈ। ਤੇ ਜਿਹੜੇ ਇਸ ਤਰ੍ਹਾਂ ਸਮਾਧੀਆਂ ਲੈਂਦੇ ਨੇ, ਉਹ ਆਪਣੇ ਨਿਜ ਆਸਨ ਤੇ ਬੈਠ ਧਿਆਨ ਅੰਤਰਮੁਖੀ ਕਰ ਲੈਂਦੇ ਨੇ। ਔਰ ਤਕਰੀਬਨ ਪੁਰਾਣੇ ਗਿਆਨੀ, ਜਿਹਨੂੰ ਬ੍ਰਹਮ ਗਿਆਨੀ ਆਪਾਂ ਇਸ ਪਾਸੇ ਦੇ ਮੰਨ ਲੈਂਦੇ ਆ, ਪ੍ਰਾਣਾਯਾਮ ਦੇ ਅਭਿਆਸੀ ਹੁੰਦੇ, ਸਵਾਸਾਂ ਦੇ ਅਭਿਆਸੀ, ਕਿਉਂਕਿ ਪ੍ਰਾਣਾਯਾਮ ਸਵਾਸ ਅਭਿਆਸ ਦਾ ਵਕਤ ਹੁੰਦਾ ਹੈ। ਉਹ ਸਵਾਸਾਂ ਨੂੰ ਦਸਮ ਦਵਾਰ ਟਿਕਾਣਾ ਜਾਣਦੇ ਨੇ, ਤੇ ਫਿਰ ਇਹਨਾਂ ਨੇ ਅਭਿਆਸ ਦੇ ਸਦਕੇ ਆਸਨ 'ਚ ਬੈਠ ਕੇ ਆਪਣੇ ਪ੍ਰਾਣਾਂ ਨੂੰ ਦਸਮ ਤੇ ਟਿਕਾ ਲਿਆ, ਤੇ ਦਸਮ ਨੂੰ ਟਿਕਾ ਕੇ ਦਸਮ ਦਵਾਰ ਨੂੰ, ਦਸਮ ਰੰਧਰ ਨੂੰ ਕਹਿੰਦੇ ਨੇ, ਉਹਨੂੰ ਫੋੜ ਕੇ ਬਾਹਰ ਸਰੀਰ ਤੋਂ ਨਿਕਲ ਗਏ। ਤਬ ਸਭ ਲੋਕਨ ਫੁੱਲ ਬਸਾਏ। ਤਾਂ ਦੇਖਿਆ ਕਿ ਜਦੋਂ ਜੋਗੀ ਨੇ ਸਰੀਰ ਛੱਡਤਾ ਤੇ ਸਾਰਿਆਂ ਪੁਸ਼ਪ ਵਰਸ਼ਾ ਕੀਤੀ, ਭਾਵ ਆਖਰੀ ਵਿਦਾਇਗੀ ਉਹਨਾਂ ਨੂੰ ਦਿੱਤੀ ਗਈ। ਜੈ ਜੈ ਮੁਖ ਤੇ ਬਾਕ ਸੁਨਾਏ। ਜੈ ਜੈਕਾਰ ਦਾ ਮਤਲਬ ਧੰਨ ਧੰਨ ਕਹਿਣਾ ਭਾਈ। ਵਾਕਿਆ ਕਿਸੇ ਬੰਦੇ ਦੀ ਕਮਾਈ ਧੰਨ ਹੈ। ਆਪਾਂ ਕਹਿੰਦੇ ਨਾ ਕਿ ਇਹ ਵਾਕਿਆ ਬੜੀ ਧੰਨ ਹੈ। ਆ ਸੰਸਾਰ ਚ ਸ਼ਬਦ ਮੁਹਾਵਰਾ ਧੰਨ ਧੰਨ ਹੋ ਗਈ, ਭਾਵ ਐਸੇ ਜੋਗੀਆਂ ਦੀ। ਇੱਥੇ ਲਿਬਾਸ ਦੀ ਚਰਚਾ ਨਹੀਂ ਹੈ, ਕਿਉਂਕਿ ਜੋਗੀ ਨੇ ਸ਼ਬਦਾਂ ਨੂੰ ਪਹਿਚਾਣ ਵਾਸਤੇ ਬਣ ਗਿਆ। ਹੁਣ ਇਸ ਨੂੰ ਗੁਰਸਿੱਖ ਕਵਾਂਗੇ। ਜਿਸਨੇ ਗੁਰਸਿੱਖੀ ਪ੍ਰਾਪਤ ਕਰ ਲਈ, ਗੁਰੂ ਕੀ ਸਿੱਖਿਆ ਲੈ ਲਈ, ਗੁਰੂ ਕੀ ਦਰਸ਼ਨ ਕਰ ਲਏ ਨੇ, ਗੁਰੂ ਸਾਹਿਬ ਦਾ ਉਪਦੇਸ਼ ਲੈ ਲਿਆ, ਤੇ ਜਿਸਨੇ ਗੁਰੂ ਸਾਹਿਬ ਦਾ ਉਪਦੇਸ਼ ਹਿਰਦੇ ਚ ਵਸਾ ਲਿਆ, ਫਿਰ ਉਹ ਗੁਰੂ ਦਾ ਸਿੱਖ ਹੋ ਗਿਆ। ਲਿਬਾਸ ਬਾਹਰ ਦਾ ਕੋਈ ਰਹਿ ਗਿਆ ਹੋਵੇਗਾ, ਪਰ ਹੁਣ ਤੇ ਗੁਰੂ ਕੀ ਸਿੱਖਿਆ ਦੇ ਸਦਕੇ ਟਿਕ ਗਏ ਨੇ, ਤਾਂ ਸਿੱਖ ਧੰਨ ਧੰਨ ਕਹਿੰਦੇ ਨੇ ਕਿ ਵਾਕਿਆ ਹੀ ਇਹਨੇ ਸਿੱਖੀ ਨੂੰ ਕਮਾ ਲਿਆ, ਇਹਨੇ ਉਪਦੇਸ਼ ਨੂੰ ਸੱਤ ਕਰਕੇ ਮੰਨ ਲਿਆ ਹੈ। ਸਰਵ ਪ੍ਰਕਾਰ ਬੰਦ ਨਾ ਕਰੈ। ਇਹਨਾਂ ਸਾਰਿਆਂ ਨੇ ਨਮਸਕਾਰਾਂ ਕੀਤੇ ਕਿ ਵਾਕਿਆ ਹੀ ਧੰਨ 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 ਜਨ ਆਇਆ। ਇਹ ਵਾਕਿਆ ਹੀ ਇਹਦੀ ਯਾਤਰਾ ਜੀਵਨ ਦੀ ਸਫਲ ਹੋ ਗਈ ਹੈ। ਹੇਰ ਹੇਰ ਅਚਰਜ ਕੋ ਧਰੈ। ਸਾਰੇ ਆਲਾ ਦੁਆਲਾ ਦੇਖਦੇ ਨੇ, ਆਸ਼ਚਰਜ ਹੁੰਦਾ ਹੈ, ਕਿਉਂਕਿ ਇਹ ਕੌਤਕ ਕਦੇ ਕਦੇ ਵਰਤਦੇ ਨੇ। ਆਮ ਸਧਾਰਨ ਅਵਸਥਾਵਾਂ ਤੇ ਇਹ ਕੌਤਕ ਨਹੀਂ ਵਰਤਦੇ, ਕਦੇ ਕਦੇ ਇਹ ਕੌਤਕ ਵਰਤਦੇ ਨੇ ਜਦੋਂ ਕੋਈ ਅਭਿਆਸੀ ਨਾਮ ਰਸੀਆ ਆਪਣੇ ਸਰੀਰ ਨੂੰ ਇਸ ਤਰ੍ਹਾਂ ਤਿਆਗ ਦਿੰਦਾ ਹੈ। ਚਿਰੰਕਾਲ ਆਰ ਬਲਾ ਜਾਹੀ। ਇੰਜ ਸਾਰੇ ਦੇਖਦੇ ਨੇ, ਸਾਰਿਆਂ ਨੇ ਜਾਣਿਆ। ਇੱਕ ਖਿਆਲ ਸੰਗਤਾਂ 'ਚ ਪ੍ਰਵਰਤ ਹੋਇਆ ਕਿ ਭਾਈ ਬੜੀ ਲੰਮੇਰੀ ਉਮਰਾ ਇਸ ਬਰਜ਼ੁਰਗ ਸੀ ਤੇ ਲੰਮੇਰੀ ਉਮਰਾਂ ਪ੍ਰਾਪਤ ਕਰਕੇ ਇਸ ਨੇ ਗੁਰੂ ਦਰਸ਼ਨ ਪ੍ਰਾਪਤ ਕੀਤੇ ਹਨ। ਮੁਖ ਪਰ ਦਿਪਤ ਜੋਤ ਬਹੁਤਾਹੀ। ਤੇ ਜਪ ਦੇ ਸਦਕੇ, ਅਭਿਆਸ ਦੇ ਸਦਕੇ ਇਸ ਨਾਲ ਆਪਣੇ ਅੰਦਰ ਦੇ ਸਾਰੇ ਵਿਕਾਰਾਂ ਦੀ ਮੈਲ ਨੂੰ ਦੂਰ ਕਰ ਲਿਆ, ਤੇ ਵਿਕਾਰਾਂ ਦੀ ਮੈਲ ਦੂਰ ਕਰ ਆਪਣੇ ਅੰਤਰਮੁਖੀ ਟਿਕੇ ਹੋਏ ਸਨ। ਉੱਤੋਂ ਗੁਰੂ ਕੀ ਨਜ਼ਰ ਪੈ ਗਈ। ਫਿਰ ਇਹਨੂੰ ਇੰਜ ਕਹਿ ਸਕੀਏ ਕਿ ਜਿਵੇਂ ਸਾਰੀ ਤਿਆਰੀ ਹੈ, ਤੇਲ ਹੈਗਾ, ਦੀਵਾ ਹੈਗਾ, ਬੱਤੀ ਹੈਗੀ, ਬਸ ਗੁਰੂ ਕੀ ਦ੍ਰਿਸ਼ਟੀ ਛੋ ਲੱਗ ਗਈ। ਹੁਣ ਜਗ ਉੱਠਿਆ ਤੇ ਜੋਤ ਜਗਮਗਾ ਗਈ। ਹੁਣ ਇਸ ਨੂੰ ਹੀ ਅੱਗੇ ਜਾ ਕੇ ਜੋਤੀ ਨੂੰ ਜੋਤ ਰਲਣਾ ਕਹਿੰਦੇ ਨੇ। ਹਾਂਜੀ, ਧੰਨ ਪੁਰਖ ਐਸੇ ਜਗ ਮਾਹੀ। ਐਸੇ ਪੁਰਖ ਜਿਹੜੇ ਨੇ ਕਦੇ ਕਦਾਈ ਹੀ ਜਗਤ ਪ੍ਰਗਟ ਹੁੰਦੇ ਨੇ।
ਆਉਂਦੇ ਨੇ ਤੇ ਆਪਣੇ ਜੀਵਨ ਦੀ ਜੁਗਤਾਂ ਦੇ ਸਦਕੇ ਸਾਡੇ ਵਾਸਤੇ ਨਵੇਂ ਆयाम ਖੋਲ ਦਿੰਦੇ ਨੇ, ਸਾਡੇ ਵਾਸਤੇ ਨਵੇਂ ਦਿਸ ਹੱਦਿਆਂ ਦੀ ਰਾਹ ਦਰਸਾਈ ਕਰ ਜਾਂਦੇ ਹਨ। ਮਨ ਵਿਕਾਰ ਜਿਨ ਪਰਸਿਓ ਨਾਹੀ, ਜਿਨ੍ਹਾਂ ਦਾ ਮਨ ਵਿਕਾਰ ਨੂੰ ਛੂਇਆ ਤੱਕ ਨਹੀਂ, ਨਿਰਲੇਪ ਰਹੇ ਨੇ ਤੇ ਨਿਰਲੇਪ ਰਹਿ ਕੇ ਹੀ ਜੀਵਨ ਦੀ ਯਾਤਰਾ ਸਫਲ ਕਰ ਲਏ। ਜਿਹਨੂੰ ਅਸੀਂ ਕਹਿ ਸਕਦੇ ਹਾਂ ਸਾਡਾ ਡੈਸਟੀਨੇਸ਼ਨ ਸਾਡਾ ਵੀ ਇਹੀ ਹੈ ਕਿ ਹੌਲੀ ਹੌਲੀ ਸੰਗਤ ਕਰਦਿਆਂ ਵਡੇਰਿਆਂ ਗੁਰਮੁਖਾਂ ਦੇ ਸੰਗ ਵਿੱਚ ਰਹਿੰਦਿਆਂ ਸਾਡੇ ਵੀ ਤਨ ਦੀ ਸਾਰੀ ਮੈਲ, ਸਾਡੇ ਮਨ ਦੀ ਸਾਰੀ ਮੈਲ ਉਤਰ ਜਾਏ ਤੇ ਮੈਲ ਉਤਰਦਿਆਂ ਜਿਵੇਂ ਸੱਪ ਦੀ ਕੁੰਜ ਪਿੱਛੇ ਰਹਿ ਜਾਂਦੀ ਹੈ, ਸੱਪ ਅਗਾਂਹ ਨਿਕਲ ਜਾਂਦਾ ਨਿਰਮਲ ਜਿਹਾ ਹੋ ਕੇ, ਸਾਡੀ ਵੀ ਸਾਰੀ ਮੈਲ ਪਿਆਜ਼ ਦੇ ਛਿਲਕਿਆਂ ਵਾਂਗ ਉਤਰ ਜਾਏ ਤੇ ਅਸੀਂ ਨਿਰਮਲ ਸ਼ੁੱਧ ਵਿਚਾਰ, ਸ਼ੁੱਧ ਚਿੰਤਨ ਲੈ, ਸ਼ੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਹੋ ਸਕੇ, ਸਤ ਸੰਗਤ ਚ ਪ੍ਰਾਪਤ ਹੋ ਸਕੀ ਤੇ ਸਾਡੀ ਜੀਵਨ ਦੀ ਯਾਤਰਾ ਸਫਲ ਭਈ ਸਫਲ ਯਾਤਰਾ ਹੋ ਸਕੇ। ਇਨ ਜੋਗੀ ਜੀ ਦੀ ਯਾਤਰਾ ਸਫਲ ਹੋਈ। ਅੱਗੇ ਫਿਰ ਮਹਾਰਾਜ ਕਹਿੰਦੇ ਨੇ, ਦੱਸਦੇ ਨੇ ਕਿ ਉੱਥੇ ਬੈਠੇ ਸਨ ਤੇ ਬੈਠਿਆਂ ਹੀ ਇੱਕ ਹੋਰ ਨਵਾਂ ਕੌਤਕ, ਇੱਕ ਨਵਾਂ ਦਰਸ਼ਨ ਜੋ ਸਾਖੀ ਰੂਪ ਵਿੱਚ ਪ੍ਰਗਟ ਹੁੰਦਾ ਹੈ। ਆ ਕੇ ਸੰਗਤ ਵਿੱਚ ਕੁਝ ਹਲਚਲ ਹੋਈਏ, ਕੁਝ ਆਵਾਜ਼ ਆਈਏ ਸੱਜੇ ਖੱਬੇ ਪਾਸਿਓਂ, ਉਧਰ ਧਿਆਨ ਜਾਂਦਾ ਹੈ। ਹੁਣ ਉੱਥੇ ਚੱਲਦੇ ਆ। ਦੋਹਰਾ ਇਮ ਜੋਗੀ ਤਪਸੀ ਮਹਦ ਭਇਓ ਬਿਰਤਾਂਤ ਵਿਸਾਲ, ਸੁਣ ਪਿਖ ਨਰ ਨਾਰੀ ਤਹਾਂ ਅਚਰਜ ਭਏ ਤਿਸ ਕਾਲ। ਇਸ ਤਰ੍ਹਾਂ ਇਸ ਸੰਤੋਖ ਸਰ ਵਾਲੇ ਜੋਗੀ ਦਾ ਕਥਾ ਵਰਤਾਂਤ ਹੋਇਆ। ਸਾਰੇ ਅਚਰਜ ਨੇ, ਹੈਰਾਨ ਨੇ। ਅੱਜ ਵੀ ਅਸੀਂ ਹੈਰਾਨ ਹੋਈਦਾ ਕਿਉਂਕਿ ਇਹ ਅਚਰਜ ਕੌਤਕ ਹੁੰਦੇ ਨੇ। ਇਹਨਾਂ ਨੂੰ ਗਿਆਨ ਤੇ ਵਿਗਿਆਨ ਦੇ ਦੁਆਰਾ ਪਕੜਨਾ ਬੜਾ ਕਠਿਨ ਹੋ ਜਾਂਦਾ ਹੈ। ਵਿਗਿਆਨ ਹਾਲਾਂਕਿ ਹੁਣ ਕੋਸ਼ਿਸ਼ਾਂ ਕਰ ਰਿਹਾ ਇਹੋ ਜਿਹੇ ਕਰਤਬਾਂ ਦੀ ਕੋਸ਼ਿਸ਼ ਕਰਦਿਆਂ ਔਰ ਐਸੇ ਪਿਛਲੇ ਸਾਲਾਂ ਦੇ ਵਿੱਚ ਕਿਤੇ ਕਦਾਈ ਕੌਤਕ ਵਾਪਰ ਜਾਂਦੇ ਨੇ ਜਿੱਥੇ ਕੋਈ ਸਮਾਧੀ ਵਾਲਾ, ਕੋਈ ਧਿਆਨ ਵਾਲਾ, ਕੋਈ ਜੋਗੀ, ਕੋਈ ਗੁਰਸਿੱਖ ਐਸੇ ਕਰਤਬ ਕਰ ਦਿੰਦਾ ਹੈ ਜਿਹੜੇ ਸੰਸਾਰ ਤੋਂ ਅਚਰਜ ਕਹੇ ਜਾਂਦੇ ਨੇ। ਇੰਜ ਇਸ ਜੋਗੀ ਜੀ ਦਾ ਕਰਤਬ ਜੋ ਅਚਰਜ ਕਰ ਦੇਣ ਵਾਲਾ ਸੀ ਉਹ ਹੋਇਆ, ਉਹ ਨਿਪਟ ਗਿਆ, ਉਹ ਲੰਘ ਗਿਆ ਹੈ। ਕਿਤਨੇ ਵਿਖੇ ਝਗਰ ਤੇ ਤਹਾਂ, ਇੰਨੇ ਵਿੱਚ ਅਜੇ ਸਾਰਾ ਉਹ ਫੁਰਸਤ ਹੋਈ ਹੈ। ਸੰਗਤ ਵਿੱਚ ਕੁਝ ਆਵਾਜ਼ ਆਈ, ਜਿਵੇਂ ਦੋ ਵਿਅਕਤੀ ਉੱਚਾ ਕੋਈ ਬਾਹਰ ਬੋਲਦੇ ਹੁਣ, ਜਿਵੇਂ ਅਸੀਂ ਸਾਰੇ ਰਸ ਮਾਣਦੇ ਹਾਂ। ਗੁਰੂ ਕੀ ਬਾਣੇ ਕਾ ਕੀਰਤਨ ਹੋ ਰਿਹਾ, ਮਹਾਰਾਜ ਦੇ ਹਜ਼ੂਰ ਸੰਗਤ ਬੈਠੀ ਹੋਵੇ ਤੇ ਦਰਵਾਜ਼ੇ ਤੇ ਕੋਈ ਉੱਚਾ ਬੋਲ ਬੁਲਾਰਾ ਜਿਹਾ ਹੋਵੇ, ਦੋ ਬੰਦੇ ਕਿਤੇ ਉੱਚੀ ਗੱਲਾਂ ਕਰਦੇ ਹੋਣ ਤੇ ਸਾਡਾ ਸਾਰਿਆਂ ਦਾ ਧਿਆਨ ਉਧਰ ਮੁੜ ਜਾਂਦਾ ਹੈ। ਇਹ ਕੌਣ ਨੇ ਨਾਦਾਨ ਬੰਦੇ ਜੋ ਗੁਰੂ ਕੇ ਦਰਬਾਰ ਵਿੱਚ ਵੀ ਆ ਕੇ ਤਾਂ ਉੱਚੀ ਬੋਲਦੇ ਨੇ। ਇਹਨੇ ਵਿੱਚ ਦੇਖਿਆ ਬਾਹਰ ਦੋ ਜੀ ਕੋਈ ਝਗੜਾ ਕਰਦੇ ਪਏ ਨੇ, ਉੱਚੀ ਬੋਲਦੇ ਪਏ ਨੇ। ਦੰਪਤ ਚਾਲਿਆ ਏ ਗੁਰ ਜਹਾਂ, ਤੇ ਨੇੜੇ ਆਏ ਪਤਾ ਲੱਗਾ ਉਹਨਾਂ ਦੀ ਬੋਲ ਚਾਲ ਰਹਿਣ ਜੋ ਅੱਜ ਕੱਲ੍ਹ ਅਸੀਂ ਕਹਿ ਸਕਦੇ ਹਾਂ ਕਿ ਬਾਡੀ ਸਟਰਕਚਰ ਸਿਸਟਮ ਸੀ, ਉਹਦੇ ਨਾਲ ਪਤਾ ਲੱਗਦਾ ਸੀ ਵੀ ਇਹ ਪਤੀ ਪਤਨੀ ਨੇ। ਉਹਨਾਂ ਦੀ ਬਾਡੀ ਲੈਂਗੁਏਜ ਇਹੋ ਜਿਹੇ ਹਾਵਾਤ ਪ੍ਰਗਟ ਕਰਦੀ ਸੀ ਕਿ ਪਤੀ ਪਤਨੀ ਦੰਪਤ ਨੇ। ਉਹ ਦੋਵੇਂ ਜੀ ਨੇ ਦਰਬਾਰ ਵੱਲ ਆ ਰਹੇ ਨੇ, ਬਹਿਸਮ ਬਸਾਈ ਜੀ ਹੋ ਰਹੀ ਹੈ ਤੇ ਬਹਿਸ ਤੇ ਜੇ ਆਉਂਦੇ ਵੀ ਇਧਰ ਨੂੰ ਨੇ ਤੇ ਇੱਕ ਦੂਜੇ ਤੇ ਤਰਕ ਵਿਤਰਕ ਬਹਿਸ ਵੀ ਹੋ ਰਹੀ ਹੈ। ਪਰ ਕੀ ਬੋਲ ਰਹੇ ਨੇ ਉਹ ਤੇ ਕਿਸੇ ਨੂੰ ਅਜੇ ਨਹੀਂ ਸਮਝ ਆਉਂਦਾ, ਪਰ ਇਧਰ ਨੂੰ ਆ ਗਏ ਨੇ। ਸੋਏ ਪ੍ਰਸੰਗ ਸ਼ੋਰ ਤੇ ਵਰਣੋ, ਅੱਜ ਹੁਣ ਉਹਦੀ ਆਪਾਂ ਗੱਲ ਆਰੰਭ ਕਰਦੇ ਹਾਂ ਕਿ ਉਹ ਪ੍ਰਸੰਗ ਕੀ ਵਾਪਰਿਆ। ਯਥਾ ਸੁਦਾ ਸਰ ਵਿਦ ਤੈ ਕਰਨੋ, ਫਿਰ ਉਸੇ ਪ੍ਰਸੰਗ ਤੋਂ, ਉਸੇ ਘਟਨਾਕ੍ਰਮ ਤੋਂ ਬਾਅਦ ਵਿੱਚ ਸਮਾਂ ਪਾ ਕੇ, ਕਿਉਂਕਿ ਇਹ ਸਮਾਂ ਉਹ ਹੈ ਅਜੇ ਸ਼੍ਰੀ ਅੰਮ੍ਰਿਤਸਰ ਸਾਹਿਬ ਤਾਮੀਲ ਹੋ ਰਹੇ ਨੇ। ਸ਼ਹਿਰ ਦੀ ਆਬਾਦੀ ਥੋੜੀ ਜੀ ਹੈ, ਸ਼ੁਰੂਆਤੀ ਦੌਰ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਾ, ਸ਼ੁਰੂਆਤੀ ਦੌਰ। ਚੌਥੇ ਪਾਤਸ਼ਾਹ ਸਾਹਿਬ ਜੀ ਜੋਤੀ ਜੋ ਸਮਾ ਜਾਣ ਤੋਂ ਬਾਅਦ ਪੰਚਮ ਪਾਤਸ਼ਾਹ ਸਾਹਿਬ ਜੀ ਦਾ ਇਹ ਸ਼ੁਰੂਆਤੀ ਦੌਰ ਨੇ, ਜਦੋਂ ਅੰਮ੍ਰਿਤਸਰ ਸਾਹਿਬ ਦੀਆਂ ਜੇ ਸੇਵਾਵਾਂ ਵੱਡੇ ਪੱਧਰ ਤੇ ਜੋਗੇ ਜਾ ਕੇ ਹੋਈਆਂ ਨੇ। ਅੱਜ ਕਿਤੇ ਆਰੰਭ ਹੋਈ ਹੈ, ਕਿਤੇ ਕੁਝ ਬਣਦਾ ਪਿਆ, ਕਿਤੇ ਮਕਾਨ ਬਣਦੇ ਨੇ, ਕਿਤੇ ਬਾਜ਼ਾਰ, ਅਜੇ ਸਾਰਾ ਇੰਤਜ਼ਾਮਾਤ ਬਣ ਰਹੇ। ਅੱਜ ਆ ਸਰੋਵਰ, ਸੁਦਾ ਸਰੋਵਰ, ਅੰਮ੍ਰਿਤਸਰ, ਵਿਵੇਕਸਰ ਆਦਿਕ ਸਾਨੂੰ ਪ੍ਰਗਟ ਨਹੀਂ ਹੈਗਾ, ਸਭ ਕੁਝ ਹੈ ਪਰ ਸਾਡੀ ਤੁਹਾਡੀ ਨਜ਼ਰ 'ਚ ਪ੍ਰਗਟ ਨਹੀਂ ਹੋਇਆ। ਉਹ ਕਿਸੇ ਯਤਨ ਕਰਕੇ, ਕਿਸੇ ਉਦਮ ਕਰਕੇ, ਕਿਸੇ ਕੌਤਕ ਕਰਕੇ ਕੋਈ ਚੀਜ਼ ਪ੍ਰਗਟ ਹੋਣੀ, ਕਿਉਂਕਿ ਪ੍ਰਗਟ ਹੋਣ ਵਾਸਤੇ ਕੁਝ ਤਾਂ ਕਾਰਨ ਵਰਤਦਾ ਹੈ ਨਾ, ਤੇ ਕੁਝ ਕਾਰਨ ਕੁਦਰਤ ਦੇ ਹੁੰਦੇ ਨੇ, ਕਿਉਂਕਿ ਕਾਰਨ ਕਰਤੇ ਵਸ ਹੁੰਦੇ ਨੇ ਤੇ ਸੰਸਾਰ ਦੇ ਪ੍ਰਗਟਾਵੇ ਕਾਰਨਾਂ ਕਰਕੇ ਹੁੰਦੇ ਨੇ। ਅਸੀਂ ਕਾਰਨਾਂ ਦੀ ਵਿਆਖਿਆ ਕਰਦੇ ਰਹਿ ਜਾਂਦੇ ਹਾਂ, ਪਰ ਇਹ ਕਾਰਨ ਕਰਤੇ ਵਸ ਹੁੰਦੇ ਨੇ। ਇੱਕ ਕਾਰਨ ਹੈ ਜਿਸ ਕਰਕੇ ਅਗਲੇ ਕੌਤਕ ਪ੍ਰਗਟ ਹੁੰਦੇ ਨੇ। ਸੁਧਾਸਰ ਸ਼੍ਰੀ ਅੰਮ੍ਰਿਤ ਸਰੋਵਰ ਨੇ ਪ੍ਰਗਟਾਵੇ ਲੈਣੇ ਨੇ, ਸਾਡੇ ਤੁਹਾਡੇ ਨਜ਼ਰਾਂ 'ਚ ਆਉਣਾ ਹੈ। ਇੱਕ ਕਾਰਨ ਕੌਤਕ ਵਰਤਿਆ ਹੈ, ਅੱਜ ਉਹਦੀ ਸ਼ੁਰੂਆਤ ਕਰਦੇ ਹਾਂ।
ਮਾਝੇ ਦੇਸ਼ ਪੁਰੀ ਇੱਕ ਹੈ। ਹੁਣ ਗੱਲ ਚੱਲਦੀ ਹੈ ਇਲਾਕਾ ਮਾਝਾ। ਮਾਝਾ ਕਹਿੰਦੇ ਨੇ ਜੋ ਬਿਆਸਾ ਤੋਂ ਲਾਹੌਰ ਵਾਲੇ ਪਾਸੇ ਇਲਾਕਾ ਹੈ, ਕੇਂਦਰੀ ਪੰਜਾਬ ਪੁਰਾਣਾ ਜੀ ਹੈ। ਇਸ ਇਲਾਕੇ ਵਿੱਚ ਕਿਉਂਕਿ ਅੱਜ ਵੀ ਅਸੀਂ ਪੰਜਾਬ ਨੂੰ ਤਿੰਨ ਨਾਵਾਂ ਨਾਲ ਵੰਡ ਲੈਂਦੇ ਹਾਂ, ਅਖੇ ਜੀ ਮਾਝਾ ਹੈ, ਮਾਲਵਾ ਹੈ ਤੇ ਦੁਆਬਾ ਹੈ। ਬਿਆਸ ਅਤੇ ਸਤਲੁਜ ਦੇ ਵਿਚਕਾਰਲਾ ਜਿੰਨੀ ਬੈਲਟ ਹੈ ਦੁਆਬ ਕਹੀ ਜਾਂਦੀ। ਦੁਆਬ ਕਿ ਅਖੀਰਤ ਕਿ ਕਈ ਥਾਵਾਂ ਤੇ ਦੁਆਬ ਹੁੰਦੇ ਨੇ, ਜਿੱਥੇ ਦੋ ਨਦੀਆਂ ਦੇ ਵਿਚਕਾਰਲਾ ਇਲਾਕਾ ਦੁਆਬ ਹੋ ਗਿਆ। ਇਧਰਲੇ ਨੂੰ ਮਾਝਾ ਕਿਹਾ ਤੇ ਦੂਸਰੇ ਨੂੰ ਅਸੀਂ ਮਾਲਵਾ ਕਿਹਾ। ਇਹ ਗੱਲ ਅੱਜ ਮਾਝੇ ਦੇ ਇਲਾਕੇ ਦੀ ਚੱਲਦੀ ਹੈ। ਪੱਟੀ ਨਾਮ ਜਿਸੀ ਕੋ ਕਹੈ, ਕਿਉਂਕਿ ਸ਼੍ਰੀ ਅੰਮ੍ਰਿਤਸਰ ਸਾਹਿਬ, ਸ਼੍ਰੀ ਤਰਨਤਾਰਨ ਸਾਹਿਬ, ਇਹ ਸਾਰਾ ਕੁਝ ਮਾਝੇ ਦੇ ਇਲਾਕੇ 'ਚ ਵਰਤਿਆ ਤੇ ਉਸੇ ਇਲਾਕੇ 'ਚ ਇੱਕ ਨਗਰ ਹੈ ਪੱਟੀ। ਅੱਜ ਉੱਥੋਂ ਦੀ ਗੱਲ ਸਾਡੇ ਸਨਮੁਖ ਆਉਂਦੀ ਹੈ। ਤਹ ਕੋ ਨਿਰਪ ਲਾਗੂ ਰਾਜ ਕਰੰਤ, ਪੱਟੀ ਵਿੱਚ ਇੱਕ ਨਿਰਪਕਿਆ ਰਾਜਾ, ਭਾਵ ਇੱਕ ਛੋਟਾ ਜਿਹਾ ਰਜਵਾੜਾ, ਆਪਾਂ ਚੌਧਰੀ ਵੀ ਕਹਿ ਦਿੰਦੇ ਹਾਂ, ਕਿਤੇ ਕਿਤੇ ਜ਼ਮੀਂਦਾਰ ਵੀ ਕਹਿ ਦਿੰਦੇ ਹਾਂ। ਉਹ ਛੋਟਾ ਜਿਹਾ ਇੱਕ ਰਾਜਾ ਹੈ, ਉਹ ਪੱਟੀ ਵਿੱਚ ਆਪਣਾ ਰਾਜ ਕਰਦਾ ਹੈ, ਭਾਵ ਪੱਟੀ ਦਾ ਇਲਾਕਾ ਉਹਦੀ ਰਿਆਸਤ ਤੇ ਜ਼ਮੀਂਦਾਰੀ ਹੈ, ਤਕੜਾ ਜ਼ਮੀਂਦਾਰ ਹੈ। ਤੁਰਕਨ ਕੇ ਅਨੁਸਾਰ ਰਹੰਤ, ਤੇ ਉਸ ਵਕਤ ਤਕਰੀਬਨ ਸਾਰੇ ਜ਼ਮੀਂਦਾਰ ਚੌਧਰੀ ਤੁਰਕ ਰਾਜਾਂ ਦੇ ਨਾਲ ਸੰਬੰਧਿਤ ਸਨ। ਇਹ ਵੀ ਆਪਣੇ ਰਾਜਗਰਦੀ ਦੇ ਮੁਤਾਬਕ ਤੁਰਕਾਂ ਦੇ ਅਨੁਸਾਰ ਹੀ ਹੈ, ਆਪਣੀ ਜ਼ਿੰਮੇਦਾਰੀ ਕਰਦਾ ਹੈ ਤੇ ਆਪਣੇ ਧਨ ਪਦਾਰਥ ਕਮਾਉਂਦਾ ਖਾਂਦਾ ਹੈ। ਤਿਸ ਗ੍ਰਹਿ ਸੁਤ ਪੰਜ ਜਨਮਾਈ, ਉਹਦੇ ਘਰ 5 ਧੀਆਂ ਨੇ ਜਨਮ ਲਿਆ ਹੈ। ਬਦਤ ਆਰ ਬਲ ਰੂਪ ਸੁਹਾਈ, ਹੌਲੀ ਹੌਲੀ 5 ਧੀਆਂ ਵੱਡੀਆਂ ਹੋਣ ਲੱਗ ਪਈਆਂ, ਸਭ ਦੇ ਰੂਪ ਰੰਗ ਨਿਖਰਨ ਲੱਗ ਪਏ। ਤਿੰਨ ਮੈਂ ਏਕ ਹੁਤੀ ਸਤ ਸੰਗਨ, ਉਹਨਾਂ ਪੰਜਾਂ ਦੇ ਵਿੱਚੋਂ ਇੱਕ ਸਤ ਸੰਗਣ ਹੈ ਸੀ। ਅਲਪ ਆਰ ਬਲ ਕੋਮਲ ਅੰਗਨ, ਤੇ ਸੁਭਾਵਕ ਹੀ ਸਤ ਸੰਗਣ ਹੋਣ ਕਰਕੇ ਸਤ ਸੰਗ ਦਾ ਉਹ ਤੇ ਕੋਮਲਤਾ ਦਾ ਪ੍ਰਭਾਵ ਸੀਗਾ। ਪ੍ਰਭ ਕੇ ਗੁਣ ਸੰਤਨ ਤੇ ਸੁਣੇ, ਉਸਨੇ ਸਤ ਸੰਗ ਵਿੱਚ ਕਿਤੇ ਗੁਰਮੁਖਾਂ ਦੀ ਭਗਤਾਂ ਦੀ ਸੰਗਤ ਕਰਦੀ ਰਹੀ। ਕਿਉਂਕਿ ਸੁਭਾਵਕ ਹੈ ਨਾ, ਜਦੋਂ ਬੱਚੀਆਂ ਵੱਡੀਆਂ ਹੋਏ ਤੇ ਆਪਣੇ ਸੁਭਾਅ ਮੁਤਾਬਕ ਉਹਨਾਂ ਨੇ ਬੈਠਕ ਉੱਠਕ ਵੀ ਕਰਨੀ ਹੈ। ਹੁਣ ਇਹਦਾ ਸੁਭਾਅ ਕੁਦਰਤੀ ਸਤ ਸੰਗਤਾਂ ਵਾਲਾ ਹੈ, ਇਹ ਸੰਗਤਾਂ ਦੀ ਸੇਵਾ ਕਰਦੀ ਹੈ, ਗੁਰਮੁਖ ਜਨਾਂ ਕੋ ਚਲੀ ਜਾਂਦੀ ਹੈ। ਕਿਤੇ ਗੁਰਮੁਖ ਸੰਗਤਾਂ ਦੇ ਵਿੱਚੋਂ ਇਹਨਾਂ ਕਰਤਾ ਪੁਰਖ ਦੇ ਬਚਨ ਜੋ ਉਪਾਸ਼ਨਾ ਦੇ ਬਖਸ਼ਿਸ਼ ਭਰੇ ਸ਼ਬਦ ਨੇ ਉਹ ਸੁਣੇ ਹੋਏ ਨੇ। ਬੈਠੇ ਨਿਕਟ ਜਬ ਹੈ ਮਿਲ ਭਨੇ, ਤੇ ਜਦੋਂ ਜੋ ਸੰਗਤ ਵਿੱਚ ਸੁਣਿਆ ਹੁੰਦਾ ਹੈ, ਅਕਸਰ ਮਨੁੱਖ ਆਪਣਿਆਂ 'ਚ ਬਹਿੰਦਾ ਤੇ ਉਹਦਾ ਚਰਚਾ ਕਰਦਾ ਰਹਿੰਦਾ। ਅਸੀਂ ਤੁਸੀਂ ਸਾਰੀ ਇਸੇ ਤਰ੍ਹਾਂ ਢੰਗ ਨਾਲ ਕਰਦੇ ਹਾਂ, ਜੋ ਬਾਹਰੋਂ ਸੁਣ ਕੇ ਆਉਂਦੇ ਹਾਂ, ਭਾਵੇਂ ਚੰਗਾ ਜਾਂ ਮੰਦਾ ਹੁੰਦਾ, ਉਹ ਅਸੀਂ ਆਪਣੇ ਭੈਣ ਭਰਾਵਾਂ 'ਚ ਆਪਣੇ ਸਰਕਲ 'ਚ ਬੈਠ ਕੇ ਉਹਦੀ ਗੱਲਬਾਤ ਅਕਸਰ ਕਰਦੇ ਰਹੇ ਨੇ। ਇਵੇਂ ਹੀ ਇਹਨਾਂ ਦਾ ਸੁਭਾਅ ਹੈ, ਉਹ ਆਪਣੀਆਂ ਗੱਲਾਂ ਕਰਦੀਆਂ ਨੇ, 4 ਭੈਣਾਂ ਆਪਣੀਆਂ ਗੱਲਾਂ ਕਰਦੀਆਂ ਰਹਿੰਦੀਆਂ ਨੇ, ਤੇ ਜਦੋਂ ਕਿਤੇ ਇਹਦੀ ਵਾਰੀ ਆਵੇ ਗੱਲ ਕਰਨ ਦੀ, ਇਹ ਕੋਈ ਨਾ ਕੋਈ ਸਤ ਸੰਗ ਦੀ ਗੱਲ ਕਰਦੀ ਰਹਿੰਦੀ ਹੈ। ਜੀਵ ਜੀਵ ਪ੍ਰਤ ਤਿੰਨੋਂ ਲੋਕ, ਹੁਣ ਇਹਨੇ ਸੁਣਿਆ ਸੰਗਤਾਂ ਵਿੱਚੋਂ ਕਿ ਭਾਈ ਜਿਤਨੇ ਜੀ ਨੇ ਆ ਸਾਰੇ ਤਿੰਨਾਂ ਲੋਕਾਂ 'ਚ, ਕਿਉਂਕਿ ਸੰਗਤਾਂ ਵਿੱਚ ਇਹੀ ਗੱਲ ਹੋਏਗੀ ਨਾ। ਹੁਣ ਇੱਥੇ ਕਿਸੇ ਦੇ ਸ਼ਰੀਰਾਂ ਦੀ ਵਿਆਖਿਆ ਤੇ ਹੋਣੀ ਨਹੀਂ, ਕਿਸੇ ਦੇ ਕਰਤਵ ਕਿਸੇ ਕਾਰ ਵਿਹਾਰ ਵਪਾਰ ਦੀ ਆਪਾਂ ਤੇ ਵਿਆਖਿਆ ਕਰਦੇ ਨਹੀਂ ਇੱਥੇ, ਕਿਉਂਕਿ ਸਾਡੇ ਗੁਰੂ ਪਾਤਸ਼ਾਹ ਕਹਿੰਦੇ ਨੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਬਖਾਣੀ ਹੈ, ਏਕੋ ਨਾਮ ਹੁਕਮ ਹੈ। ਭਾਈ ਸਾਨੂੰ ਤੇ ਹੁਕਮ ਹੈ ਕਿ ਇੱਥੇ ਆਪਾਂ ਇੱਕੋ ਗੱਲ ਕਰਨੀ ਹੈ, ਭਾਈ ਸਾਰਿਆਂ ਦਾ ਰਾਖਾ ਕਰਤਾ ਪੁਰਖ ਵਾਹਿਗੁਰੂ ਹੈ, ਸਾਰ ਰਿਜ਼ਕ। ਇਹ ਸ਼ਬਦਾਂ ਦਾ ਭਾਸ਼ਾਵਾਂ ਅਲੱਗ-ਅਲੱਗ ਹੋ ਸਕਦੀਆਂ ਨੇ, ਪਰ ਸਤ ਸੰਗਤ ਵਿੱਚ ਇੱਕੋ ਹੀ ਚਰਚਾ ਚੱਲਦੀ ਹੈ। ਜਿੱਥੇ ਕਿਤੇ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਹੋਏਗੀ, ਉੱਥੇ ਤਾਂ ਨਾਨਕ ਕਹਿ ਘਰ ਕੇਵਲ ਨਾਮ, ਇੱਥੇ ਤੇ ਗੱਲ ਹੀ ਚੱਲੇ ਕਿ ਭਾਈ ਆ ਜਿਤਨੇ ਜੀ ਜੰਤ ਨੇ ਨਾ, ਇਹ ਨਾਮ ਦੇ ਧਾਰਨ ਕੀਤੇ ਨੇ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਮੰਡ ਅਸੀਂ ਪੜ੍ਹਦੇ ਹਾਂ। ਉਹਨੇ ਵੀ ਸੁਣਿਆ ਗੁਰਮੁਖਾਂ ਦੀ ਸੰਗਤ ਵਿੱਚੋਂ, ਭਾਈ ਆ ਜਿਤਨੇ ਜੀ ਜੰਤ ਨੇ ਨਾ, ਇਹਨਾਂ ਸਾਰਿਆਂ ਦਾ ਰਿਜ਼ਕ ਦਾ ਦਾਤਾ ਉਹ ਇੱਕੋ ਹੀ ਅਕਾਲ ਪੁਰਖ ਹੈ, ਉਹੀ ਸਭ ਨੂੰ ਰਿਜ਼ਕ ਦਿੰਦਾ। ਉਹਨੇ ਇਹ ਗੱਲ ਸੁਣੀ ਹੋਈ ਹੈ। ਨਿਤ ਪਾਲਤ ਸਭ ਪ੍ਰਭੂ ਅਰੋਕ, ਉਹੀ ਕਰਤਾ ਪੁਰਖ ਵਾਹਿਗੁਰੂ ਪ੍ਰਭੂ ਹੀ ਅਰੋਕ, ਬਿਨਾਂ ਰੋਕੇ ਟੋਕੇ ਸਾਰੇ ਜੀ ਜਨਤਾ ਨੂੰ ਉਹੀ ਰਿਜ਼ਕ ਦਿੰਦਾ ਹੈ। ਜੋ ਜਿਸ ਜੂਨ ਜਹਾਂ ਹੋਏ ਪ੍ਰਾਣੀ, ਕੋਈ ਫਰਕ ਨਹੀਂ ਪੈਂਦਾ ਉਹਦੀ ਦ੍ਰਿਸ਼ਟੀਕੋਣ ਕਿ ਜੂਨ 'ਚ, ਕਿਉਂਕਿ ਹੁਕਮ ਹੈ। ਜਿੰਨੀਆਂ ਜੂਨਾਂ ਮੰਨੀਆਂ ਜਾਂਦੀਆਂ ਨੇ ਇਹ ਸਾਰੇ ਹੁਕਮ ਦੀ ਖੇਲ ਹੈ, ਇਹਦੀ ਕੋਈ ਵਿਆਖਿਆ ਨਹੀਂ ਕਰ ਪਾਇਆ ਕਿ ਕੋਈ ਜੂਨ ਪਸ਼ੂ ਪੰਛੀ ਜੂਨ 'ਚ ਕਿਉਂ ਹੈ, ਅਸੀਂ ਨਹੀਂ ਕਰ ਪਾਵਾਂਗੇ। ਗਿਆਨ ਵਿਗਿਆਨ ਕੋਈ ਵੀ ਨਹੀਂ ਕਰ ਪਾਏਗਾ, ਕਿਉਂਕਿ ਇਹ ਹੁਕਮ ਦੀ ਕਲਾ ਹੈ। ਇਹ ਹੁਕਮੀ ਹੀ ਜਾਣੇ ਉਹਨੇ ਰਚਨਾ ਕੀ ਰਚੀ ਹੈ, ਉਹਦਾ ਆਪਣਾ ਪਸਾਰਾ ਹੈ।
ਪਰ ਇਤਨਾ ਸਭ ਨੂੰ ਪਤਾ ਹੈ ਉਹ ਰਿਜ਼ਕ ਸਭ ਨੂੰ ਦਿੰਦਾ ਹੈ, ਭਾਵੇਂ ਉਹ ਜਲ ਦੇ ਵਿੱਚ ਹੈ, ਭਾਵੇਂ ਉਹ ਥਲ ਦੇ ਵਿੱਚ ਹੈ, ਭਾਵੇਂ ਆਕਾਸ਼ ਚਾਰੀਏ, ਰਿਜ਼ਕ ਹਰ ਨੂੰ, ਹਰ ਜੀਅ ਨੂੰ ਉਹਦਾ ਉੱਥੇ ਹੀ ਪ੍ਰਾਪਤ ਹੈ। ਅਸੀਂ ਪੜ੍ਹਿਆ ਜਲ ਵਿੱਚ ਜੰਤ ਉਪਾਇਨ ਤਿਨਾ ਬੇਰੋਜੀ ਦੇ। ਬੇਸ਼ੱਕ ਉੱਥੇ ਹੱਟੀ ਨਹੀਂ ਚੱਲਦੀ, ਕੋਈ ਖੇਤੀ ਨਹੀਂ ਹੁੰਦੀ, ਪਰ ਉਹਨਾਂ ਦੀ ਰੋਜ਼ੀ ਦਾ ਵਿਧਾਨ ਉਹਨੇ ਬਣਾਇਆ ਹੋਇਆ। ਸਾਰਿਆਂ ਦੀ ਰੋਜ਼ੀ ਦਾ ਵਿਧਾਨ ਕਿਸੇ ਜੂਨ ਦਾ, ਹਰ ਜੂਨ ਜੀ ਦਾ ਰੋਜ਼ੀ ਦਾ ਵਿਧਾਨ ਬਣਿਆ ਹੋਇਆ ਹੈ। ਕਹਾਂ ਦੇਤ ਭੋਜਨ ਗੁਣ ਖਾਨੇ, ਉਹਨੂੰ ਉਸੇ ਢੰਗ ਦੇ ਨਾਲ ਆਪਣਾ ਭੋਜਨ ਜੋ ਕੁਝ ਵੀ ਉਹਦਾ ਲੋੜੀਂਦਾ ਹੈ, ਜੋ ਵਿਧਾਨ ਮੁਤਾਬਕ ਹੈ, ਉਹਨੂੰ ਸਭ ਨੂੰ ਮਿਲਦਾ ਹੈ। ਸਾਨੂੰ ਪਤਾ ਹੈ ਕਿ ਸਭ ਨੂੰ ਭੋਜਨ ਕਰਤੇ ਬਰਸ਼ਿਨ ਪ੍ਰਾਪਤ ਹੋ ਰਿਹਾ ਹੈ। ਸ੍ਰੀ ਗੁਰੂ ਨਾਨਕ ਕਰਿਓ ਸ਼ਲੋਕ। ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੀ ਬਾਣੀ ਜਿਸ ਸੰਗਤਾਂ ਵਿੱਚ ਉਹ ਕਿਤੇ ਬੈਠਦੀ ਸੀ ਨਾ, ਉਹ ਕੋਈ ਗੁਰਮੁਖ ਸਨ। ਗੁਰੂ ਨਾਨਕ ਦੇ ਪਿਆਰੇ, ਗੁਰੂ ਨਾਨਕ ਦੇ ਸੰਗਤੀ ਨੇ, ਗੁਰੂ ਨਾਨਕ ਦੀ ਸੰਗਤ ਉੱਥੇ ਵਰਤਦੀ ਹੈ, ਕਿਉਂਕਿ ਸਾਰਾ ਇਲਾਕਾ ਪਿੰਡ ਪਿੰਡ ਪਤਾ ਨਹੀਂ ਕਿੱਥੇ ਕਿੱਥੇ, ਅੱਜ ਕਿਤੇ ਜਾ ਕੇ ਦੇਖੇ ਦੂਰ ਦੁਰਾਡਿਆਂ ਤੱਕ ਵੀ ਅੱਜ ਗੁਰੂ ਨਾਨਕ ਦੀ ਬਾਣੀ ਦਾ ਪਸਾਰਾ ਬੋਲਬਾਲਾ ਹੈ। ਉਦੋਂ ਤੇ ਜੇ ਬਹੁਤਾ ਦੂਰ ਨਹੀਂ ਹੈ। ਜਿਨ੍ਹਾਂ ਗੁਰਮੁਖਾਂ ਸੰਗਤ ਕੀਤੀ ਸੀ ਉਹ ਗੁਰਮੁਖ ਬਾਣੀ ਪੜ੍ਹਿਆ ਕਰਦੇ ਸਨ। ਉਹਨੇ ਬਾਣੀ ਗੁਰੂ ਨਾਨਕ ਦੀ ਸੁਣੀ ਹੋਈ ਸੀ। ਪਠਤ ਵਿਚਾਰਤ ਸੋ ਪ੍ਰਭ ਲੋਕ, ਤੇ ਉਹ ਪ੍ਰਭੂ ਲੋਕ ਦੇ ਪਿਆਰੇ ਗੁਰਮੁਖ ਜਨ ਸਨ। ਜਿੱਥੇ ਉਹ ਬੈਠ ਸੰਗਤ ਕਰਨ ਜਾਂਦੀ, ਉਹ ਗੁਰੂ ਨਾਨਕ ਦੀ ਭਾਵ ਬਾਣੀ ਭਾਵ ਸਿੱਖ ਸੰਗਤ ਵਿੱਚ ਉਹ ਬਾਣੀ ਸੁਣਦੀ ਤੇ ਬਾਣੀ ਦੀ ਵਿਚਾਰ ਸ਼ਰਵਣ ਕਰਦੀ। ਤਿਸ ਤੇ ਸੁਣ ਕੰਨਿਆ ਡਿੜ ਕੀਨੋ, ਤੇ ਕਿਉਂਕਿ ਉਦੋਂ ਏਦਾਂ ਦਾ ਤੇ ਨਹੀਂ ਸੀ ਕਿ ਸਨ ਬਹੁਤੀਆਂ ਪੋਥੀਆਂ ਮਿਲ ਜਾਂਦੀਆਂ ਨੇ ਜਾਂ ਬਾਣੀ ਪੜ੍ਹਨ ਦੇ ਬੜੇ ਸਾਧਨ ਮੁਹੱਈਆ ਨੇ। ਉਦੋਂ ਕਿਤੇ ਕਿਸੇ ਨੂੰ ਮੰਗਣ ਤੇ ਕਿਸੇ ਗੁਰਮੁਖ ਦੇ ਕੋਲੋਂ ਕੋਈ ਸ਼ਬਦ ਲਿਖਿਆ ਜਾਂਦਾ, ਬੇਨਤੀ ਕਰਨੀ ਪੈਂਦੀ, ਬਾਬਾ ਜੀ ਸ਼ਬਦ ਪੋਥੀ ਲਿਖ ਕੇ ਦੇ ਦਿਓ। ਜਾਂ ਆਪ ਲਿਖਣਾ ਜਾਣਦਾ ਹੋਵੇ ਤੇ ਕਿਸੇ ਕੋ ਬਹਿ ਕੇ ਉਹਨੂੰ ਕੰਠ ਹੋਵੇ, ਸ਼ਬਦ ਲਿਖਣਾ ਬੜਾ ਔਖਾ ਲੱਗਦਾ ਸੀ। ਇਸ ਕਰਕੇ ਸਾਡੇ ਵਿੱਚ ਕਿਹਾ ਜਾਂਦਾ ਸੀ ਕਿ ਸਭ ਤੋਂ ਵੱਡਾ ਪੁੰਨ ਹੈ ਭਾਈ ਕਿਸ ਨੂੰ ਸ਼ਬਦ ਲਿਖ ਕੇ ਦੇ ਦੇਣਾ। ਪੈਸਾ ਪੈ ਗੁਰਦਾਸ ਵੀ ਕਹਿੰਦੇ ਨਾ, ਸਭ ਤੋਂ ਵੱਡਾ ਪੁੰਨ ਹੈ ਜੇ ਕਿਸ ਨੂੰ ਸ਼ਬਦ ਪੋਥੀ ਲਿਖ ਕੇ ਦਿੱਤੀ ਹੈ। ਪਰ ਕੁਝ ਹੁੰਦਾ ਸੀ, ਕੁਝ ਸ਼ਲੋਕ ਜਿਹੜੇ ਸੰਗਤਾਂ 'ਚ ਆਮ ਗਾਏ ਜਾਂਦੇ ਸਨ, ਜਿਵੇਂ ਆਸਾ ਕੀ ਵਾਰ ਦੇ ਕੀਰਤਨ ਨਿਤਾ ਪ੍ਰਤੀ ਹੁੰਦੇ ਨੇ, ਤੇ ਕਥਾ ਕੀਰਤਨ 'ਚ ਕੁਝ ਬੰਦਨਾ 'ਚ ਸ਼ਲੋਕ ਨਿਤਾ ਪ੍ਰਤੀ ਹੁੰਦੇ ਨੇ। ਉਹ ਫਿਰ ਸਾਨੂੰ ਸਾਰਿਆਂ ਨੂੰ ਹੌਲੀ ਹੌਲੀ ਕੰਠ ਹੋਣ ਲੱਗ ਪੈਂਦੇ ਨੇ। ਅੱਜ ਜਿਵੇਂ ਬੰਦਨਾ ਦੇ ਸ਼ਲੋਕ, ਮੰਗਲ ਦੇ ਬਚਨ ਤਕਰੀਬਨ ਬਹੁਤੇ ਨੂੰ ਯਾਦ ਹੁੰਦੇ ਨੇ, ਪਤਾ ਨਹੀਂ ਕਿੱਥੇ ਲਿਖੇ ਨੇ, ਇਹ ਨਹੀਂ ਪਤਾ, ਪਰ ਭਾਈ ਜੀ ਜਦੋਂ ਸ਼ੁਰੂ ਕਰਦੇ ਨੇ ਤੇ ਸਾਨੂੰ ਯਾਦ ਹੁੰਦੇ ਨੇ, ਕਿਉਂਕਿ ਉਹ ਰੋਜ਼ਾਨਾ ਪੜ੍ਹੇ ਜਾਂਦੇ ਨੇ। ਇਵੇਂ ਹੀ ਗੁਰੂ ਨਾਨਕ ਦੇ ਸ਼ਲੋਕ, ਆਸਾ ਕੀ ਵਾਰ ਦੇ ਬਚਨ ਜਿਹੜੇ ਉਹ ਸੰਗਤ ਵਿੱਚ ਰੋਜ਼ਾਨਾ ਪੜ੍ਹੇ ਗਾਏ ਜਾਂਦੇ ਸਨ, ਉਹ ਸ਼ਲੋਕ ਬੱਚੀ ਨੇ ਯਾਦ ਕਰ ਲਿਆ ਸੀ। ਹਾਂਜੀ, ਸੋ ਅਬ ਇਸ ਥਰ ਲਿਖ ਕਰ ਦੀਨੋ। ਉਹ ਮਹਾਕਵੀ ਦੱਸਦੇ ਨੇ ਕਿ ਉਹ ਕਿਹੜਾ ਸ਼ਲੋਕ ਸੀ ਜਿਹੜਾ ਉਸ ਬੱਚੀ ਨੇ ਸੰਗਤ ਵਿੱਚੋਂ ਯਾਦ ਕਰ ਲਿਆ ਤੇ ਉਹਨੂੰ ਹੀ ਪੜ੍ਹਦੀ ਰਹਿੰਦੀ। ਕਿਉਂਕਿ ਸਾਨੂੰ ਤੇ ਇੰਨਾ ਪਤਾ ਹੈ ਕਿ ਜੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੀ ਇੱਕ ਤੁਕ ਵੀ ਕਿਸੇ ਨੂੰ ਯਾਦ ਹੋ ਜਾਏ, ਕੰਠ ਹੋ ਜਾਏ, ਤੇ ਜੇ ਉਹਦਾ ਜਾਪ ਪਿਆਰ ਨਾ ਕਰਨ ਲੱਗ ਪਏ ਤੇ ਜੀਵਨ ਬਦਲ ਜਾਂਦਾ ਹੈ। ਉਹ ਇਸ ਪਾਵਨ ਸ਼ਲੋਕ ਨੂੰ ਪੜ੍ਹਦੀ ਰਹਿੰਦੀ, ਜਿਤਨਾ ਸਮਾਂ ਲੱਗਦਾ ਉਹ ਇਸ ਨੂੰ ਪੜ੍ਹਦੀ ਜਪਦੀ ਰਹਿੰਦੀ। ਸ੍ਰੀ ਮੁਖ ਵਾਕ ਸ਼ਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ। ਇਹ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦਾ ਪਾਵਨ ਸ਼ਲੋਕ ਕੀਰਤਨ ਕਰਦਿਆਂ ਕਈ ਵਾਰ ਆਸਾ ਕੀ ਵਾਰ ਸੁਣਿਆ ਹੋਏਗਾ। ਆ ਸਾਰੇ ਥਾਵਾਂ ਤੇ ਜਿੱਥੇ ਵੀ ਜਿਤਨੇ ਜੀ ਜੰਤ ਨੇ, ਆ ਭਾਵੇਂ ਪੁਰਖ ਰੂਪ ਨੇ, ਬਿਰਖਾਂ ਰੂਪ ਨੇ, ਪੁਰਖ ਰੂਪ ਜੋ ਅਸੀਂ ਮਨੁੱਖ ਰੂਪ ਆ, ਬਿਰਖਾਂ ਦੇ ਰੂਪ 'ਚ ਨੇ, ਤੀਰਥਾਂ ਤੇ ਬੈਠੇ ਨੇ, ਕਿਹਨਾਂ ਤੀਰਥਾਂ ਦੇ ਟਿਕਾਣੇ ਤਟਾਂ ਤੇ ਨੇ। ਭਾਵ ਸਾਰੇ ਬ੍ਰਹਮੰਡ ਵਿੱਚ ਜਿੱਥੇ ਜਿੱਥੇ ਵੀ ਕਿਤੇ ਕੋਈ ਜੀ ਜੰਤ ਹੈ। ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਭਾਂਡਾਂ। ਅਸੀਂ ਤੁਸੀਂ ਤੇ ਸਿਰਫ ਇੰਨਾ ਕੁ ਜਾਣਦੇ ਹਾਂ ਭਾਈ, ਅਸੀਂ ਧਰਤੀ ਤੇ ਰਹਿੰਦੇ ਹਾਂ। ਕੁਝ ਲੋਕ ਤੀਰਥਾਂ ਤੇ ਵਾਸਤੇ ਆਉਣਗੇ, ਕੁਝ ਪਿੰਡਾਂ 'ਚ ਰਹਿੰਦੇ ਨੇ, ਕੁਝ ਸ਼ਹਿਰਾਂ 'ਚ ਰਹਿੰਦੇ। ਸਾਨੂੰ ਜਾਣਕਾਰੀ ਇੱਦਾਂ ਦੀ ਹੈ ਵੀ ਕੋਈ ਪੇਂਡੂ ਲੋਕ ਹੈ ਜੀ, ਆਖੇ ਜੀ ਸ਼ਹਿਰੀ ਨੇ, ਇਹ ਗੋਰੇ ਨੇ, ਕਾਲੇ ਨੇ, ਅਸੀਂ ਇੱਦਾਂ ਜਾਣਦੇ ਹਾਂ। ਪਰ ਮਹਾਰਾਜ ਦੱਸਦੇ ਨਹੀਂ, ਨਜ਼ਰ ਤਾਂ ਦੇਖੋ, ਖੰਡਾਂ ਵਰ ਪੰਡਾਂ, ਦੀਪਾਂ ਲੋਆ ਮੰਡਲਾਂ, ਪਤਾ ਨਹੀਂ ਕਿਤਨੇ ਕੁ ਦਵੀਪ ਨੇ, ਦੀਪ ਕਹੀਏ, ਜਿਨ੍ਹਾਂ ਦੇ 4 ਸਫੇਰੇ ਪਾਣੀ ਹੁੰਦਾ ਹੈ। ਕਿਤਨੇ ਕੁ ਲੋ ਨੇ, ਸਾਡੇ ਨੂੰ ਤਾਂ ਪਤਾ ਹੀ ਨਹੀਂ ਲੱਗਾ ਕਿੰਨੇ ਲੋ ਨੇ, ਅਸੀਂ ਤੇ ਗਿਣ ਵੀ ਨਹੀਂ ਸਕਦੇ। ਤਿੰਨਾਂ ਲੋਕਾਂ ਦਾ ਚਰਚਾ ਲੋਕ ਕਰਦੇ ਨੇ, ਚਤੁਰਦਸ਼ ਕੰਟਾ ਦਾ ਚਰਚਾ ਕਿਤੇ ਕਿਤੇ ਕੀਤਾ ਜਾਂਦਾ ਹੈ। ਪਰ ਜਗਤ ਗੁਰੂ ਨਾਨਕ ਪਾਤਸ਼ਾਹ ਦੱਸਦੇ ਨਾ ਕਿ ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ਼ ਅਨੰਤ ਹੀ ਹੈ, ਇਹਦੀ ਗਿਣਤੀ ਨਹੀਂ। ਅੱਜ ਕਹਿੰਦੇ ਨੇ ਦੀਪਾਂ ਦੇ ਵਿੱਚ, ਲੋਹਾਂ ਦੇ ਵਿੱਚ,
ਮੰਡਲਾਂ ਦੇ ਵਿੱਚ, ਖੰਡਾਂ ਦੇ ਵਿੱਚ ਵਰਭੰਡਾਂ ਜਿਹਨੂੰ ਅੱਜ ਆਪਾਂ ਬ੍ਰਹਮੰਡ ਕਹਿੰਦੇ ਆ, ਅਸੀਂ ਤੇ ਇੱਕ ਬ੍ਰਹਮੰਡ ਨੂੰ ਅਜੇ ਤੱਕ ਨਹੀਂ ਜਾਣ ਸਕੇ। ਸਾਡਾ ਵਿਗਿਆਨ ਭਾਵੇਂ ਟੈਕਨੋਲੋਜੀ ਕਿਤਨੇ ਅਸੀਂ ਹਾਈ ਪ੍ਰੋਫਾਈਲ ਹੋ ਗਏ ਆ, ਪਰ ਅਸੀਂ ਅਜੇ ਇੱਕ ਬ੍ਰਹਮੰਡ ਨੂੰ, ਇੱਕ ਯੂਨੀਵਰਸ ਨੂੰ ਨਹੀਂ ਜਾਣ ਸਕੇ, ਉਹਦਾ ਅੰਸ਼ ਮਾਤਰ ਵੀ ਨਹੀਂ ਜਾਣ ਸਕੇ। ਪਰ ਜਗਤ ਗੁਰੂ ਨਾਨਕ ਬਾਬਾ ਜੀ ਪਤਾ ਕੀ ਦੱਸਦੇ ਨੇ? ਕੋਟ ਬ੍ਰਹਮੰਡ ਕੋ ਠਾਕੁਰ ਹੈ। ਇਹੋ ਜੇ ਕਰੋੜਾਂ ਬ੍ਰਹਮੰਡ ਵਿਗਿਆਨ ਮੰਨ ਬੈਠਾ ਹੈ ਵੀ ਇਹੋ ਜਿਹੇ ਕਈ ਯੂਨੀਵਰਸ ਹੋਰ ਹੋਣਗੇ, ਕਈ ਧਰਤੀਆਂ ਹੋਣਗੀਆਂ, ਪਰ ਅਸੀਂ ਜਾਣ ਨਹੀਂ ਪਾਏ। ਅਸੀਂ ਤੇ ਆਪਣੇ ਆਲੇ ਦੁਆਲੇ ਇੱਕ ਚੰਦ ਸੂਰਜ ਦੇ ਬਾਰੇ ਚ ਕੁਝ ਨਹੀਂ ਬਹੁਤਾ ਜਾਣ ਪਾਏ, ਇੱਕ ਧਰਤੀ ਦੀ ਪੂਰੀ ਜਾਣ ਕਰਨ ਲਈ ਪਏ। ਤੇ ਇੱਥੇ ਸਤਿਗੁਰੂ ਨਾਨਕ ਤਾਂ ਕਹਿੰਦੇ ਨੇ ਜਿਤਨੇ ਵੀ ਬ੍ਰਹਮੰਡਾਂ ਦੀ ਰਚਨਾ ਕਰਤੇ ਨੇ ਕੀਤੀ ਹੈ, ਤੇ ਜਿਸ ਵੀ ਰੂਪਾਂ ਦੇ ਵਿੱਚ ਕੋਈ ਜੀ ਜੰਤ ਨੇ, ਸਭ ਨੂੰ ਰਿਜ਼ਕ ਦਿੰਦਾ ਹੈ। ਅੰਡਜ ਜੇਰਜ ਉਤ ਪੁਜਾ ਖਾਣੀ ਸੇਤ ਜਹਾਂ। ਫਿਰ ਜੀਆਂ ਨੂੰ ਚਲੋ ਆਪਣੇ ਆਪਾਂ ਧਰਤੀ ਤੇ ਪਾਤਸ਼ਾਹ ਦੱਸਦੇ ਨੇ ਕਿ ਇਸ ਧਰਤੀ ਤੇ ਜੀਵਨ ਪ੍ਰਗਟ ਹੋਣ ਦੇ ਇਹ ਚਾਰ ਸਰੂਪ ਨੇ, ਜਿਹਨੂੰ ਚਾਰ ਖਾਣੀਆਂ ਆਪਾਂ ਕਦੇ ਕਦੇ ਕਹਿੰਦੇ ਆ। ਕੁਝ ਜੀ ਆਂਡਿਆਂ ਤੋਂ ਪੈਦਾ ਹੁੰਦੇ ਨੇ, ਕੁਝ ਜੀ ਜੇਰਜ ਜਿਹਨੂੰ ਆਪਾਂ ਸਿੱਧਾ ਜਨਮ ਕਹਿੰਦੇ ਆ, ਜਨਮ ਤੋਂ ਪੈਦਾ ਹੁੰਦੇ ਨੇ। ਕੁਝ ਉਤਪੁਜ ਹੁੰਦੇ ਨੇ ਜਿਹੜੇ ਵਨਸਪਤੀ ਆਦਿਕ ਹੈ, ਤੇ ਕੁਝ ਸਵੇਤ ਜਾ ਹੁੰਦੇ ਨੇ ਜੋ ਸਰੀਰ ਦੀ ਗਰਮੀ ਤੋਂ ਆਪਣੇ ਆਪ, ਜਿਹਨੂੰ ਅੰਡਜ ਜੇਰੇ ਸੇਤ ਉਤਪਜ ਕਹਿੰਦੇ ਨੇ। ਕੁਝ ਜੀ ਆਂਡਿਆਂ ਤੋਂ ਪੈਦਾ ਹੁੰਦੇ ਨੇ, ਕੁਝ ਜੀ ਜਿਉਰ ਤੋਂ ਜਨਮ ਲੈਂਦੇ ਨੇ, ਕੁਝ ਜੀ ਵਨਸਪਤੀ ਵਾਂਗ ਪ੍ਰਗਟ ਹੁੰਦੇ ਨੇ, ਤੇ ਕੁਝ ਜੀ ਜੰਤ ਉਹ ਨੇ ਜਿਹੜੇ ਮੁੜਕਿਆਂ ਤੋਂ, ਗਰਮੀ ਤੋਂ ਆਪਣੇ ਆਪ ਹੀ ਪ੍ਰਗਟ ਹੋ ਜਾਂਦੇ ਹਨ। ਸੋ ਮਿਤ ਜਾਣੈ ਨਾਨਕ ਸਾਰਾ ਮੇਰਾ ਜਨਤਾ। ਇਹ ਸਾਰੀ ਮਿਤ ਭਾਵ ਅਮਿਤ ਹੈ। ਅਮਿਤ ਦਾ ਮਤਲਬ ਇਹਦੀ ਗਿਣਤੀ ਮਿਣਤੀ ਕੋਈ ਨਹੀਂ ਆ ਕਿ ਕਿੰਨੇ ਜੀ ਨੇ, ਕਿਸ ਕਿਸ ਜੂਨ ਵਿੱਚ, ਕਿਸ ਕਿਸ ਖਾਣੇ 'ਚ ਕਿਤਨੇ ਕਿਤਨੇ ਜੀ ਨੇ। ਸ਼ਾਇਦ ਅਸੀਂ ਤੇ ਅਜੇ ਲੱਖਾਂ ਦੀ ਜੂਨਾਂ ਤੱਕ ਵੀ ਨਹੀਂ ਜਾ ਪਾਏ, ਪਰ ਸਾਨੂੰ ਦੱਸਿਆ ਜਾਂਦਾ 84 ਲੱਖ ਜਿਹ ਪੜ੍ਹਿਆ ਜਾਂਦਾ ਹੈ, ਬਾਣੀ ਪੜ੍ਹਨ ਜਾਣਦੇ ਨੇ। ਧਰਤੀ ਦੀ ਸਤ੍ਹਾ ਤੇ 42 ਲੱਖ ਉੱਪਰ ਤੇ 42 ਲੱਖ ਥੱਲੇ ਇਹ ਮੰਨੇ ਗਏ ਨੇ ਧਰਮ ਖੇਤਰ ਦੇ ਵਿਗਿਆਨ 'ਚ। ਅਜੇ ਸਾਇੰਸ ਨਹੀਂ ਪਕੜ ਪਾਈ। ਅਸੀਂ ਪੜ੍ਹਦੇ ਹਾਂ 42 ਲੱਖ ਜੀ ਜਲ ਮੇ ਉੱਤੇ, ਜਲ ਦੀ ਸਤ੍ਹਾ ਤੋਂ ਹੇਠਾਂ 42 ਲੱਖ ਜੂਨਾਂ ਨੇ, ਪਰ ਸਾਡਾ ਅਜੇ ਜੋ ਵਿਗਿਆਨ ਹੈ ਉੱਥੇ ਨਹੀਂ ਪਹੁੰਚ ਪਾਇਆ। ਇਹ ਨਹੀਂ ਕਿ ਮਨਾ ਕਰ ਰਹੇ, ਉਹ ਕੋਸ਼ਿਸ਼ ਕਰ ਰਹੇ, ਸੱਚ ਦੀ ਤਲਾਸ਼ ਆਪਣੇ ਢੰਗ ਨਾਲ ਕਰਦਾ ਪਿਆ, ਉੱਪਰ ਉੱਡ ਕੇ ਆਪਣੇ ਢੰਗ ਨਾਲ ਲੱਭਦਾ ਪਿਆ। ਪਰ ਪਾਤਸ਼ਾਹ ਗੁਰੂ ਨਾਨਕ ਜੀ ਕਹਿੰਦੇ ਨੇ ਉਹ ਅਮਿਤ ਹੈ, ਭਾਵ ਗਿਣਤੀ ਮਿਣਤੀ ਤੋਂ ਪਾਰ ਹੈ। ਕਿਤਨਾ ਸਭ ਨੂੰ ਜਾਣਦਾ ਹੈ, ਸਾਰਿਆਂ ਨੂੰ, ਜੀਵ ਜਨਤਾ ਨੂੰ ਰਿਜ਼ਕ ਉਹ ਆਪ ਦਿੰਦਾ ਹੈ। ਨਾਨਕ ਜੰਤ ਉਪਾਇ ਕੈ ਸੰਭਾਲੇ ਸਭਨਾ। ਇਹ ਨਹੀਂ ਕਿ ਉਹਨੇ ਜੀ ਪੈਦਾ ਕਰਤੇ ਤੇ ਛੱਡਤੇ। ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਪਾਲਦੇ ਆ ਨਾ, ਜਨਮ ਦਿੰਦੇ ਆ ਤੇ ਪਾਲਣਾ ਜ਼ਿੰਮੇਵਾਰੀ ਸਾਡੀ ਹੈ, ਇਵੇਂ ਜੇ ਉਹਨੇ ਬ੍ਰਹਮੰਡ ਦੀ ਰਚਨਾ ਕੀਤੀ ਹੈ, ਬ੍ਰਹਮੰਡ ਦੀ ਰਚਨਾ ਕਰਕੇ ਜੀ ਪੈਦਾ ਕੀਤੇ ਨੇ, ਤੇ ਇੱਕ ਇੱਕ ਜੀ ਦੀ ਸੰਭਾਲ ਕਰਦਾ ਹੈ, ਇੱਕ ਇੱਕ ਜੀ ਨੂੰ ਰਿਜ਼ਕ ਦਿੱਤਾ ਜਾਂਦਾ ਹੈ। ਔਰ ਜਦੋਂ ਕਿਤੇ ਇਸ ਪਾਸਿਓਂ ਅਸੀਂ ਦੇਖਣਾ ਸ਼ੁਰੂ ਕਰ ਦਿਆਂਗੇ, ਚੀਂਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਹਰ ਜੀ ਨੂੰ ਉਹਦਾ ਰਿਜ਼ਕ ਪ੍ਰਾਪਤ ਹੁੰਦਾ ਹੈ, ਔਰ ਉਹਦੇ ਵਿਧੀ ਵਿਧਾਨ ਦੇ ਮੁਤਾਬਕ ਪ੍ਰਾਪਤ ਹੁੰਦਾ ਹੈ। ਪਾਤਸ਼ਾਹ ਕਹਿਣ ਲੱਗੇ ਉਹ ਸਾਰਿਆਂ ਦੀ ਸੰਭਾਲ ਆਪ ਕਰਦਾ ਹੈ। ਜਿਨ ਕਰਤੈ ਕਰਣਾ ਕੀਆ ਚਿੰਤਾ ਭੇਤ ਕਰਣੀ ਤਾਹ। ਜਿਸ ਕਰਤਾ ਪੁਰਖ ਵਾਹਿਗੁਰੂ ਨੇ ਸਾਰੇ ਬ੍ਰਹਮੰਡ ਦੀ ਰਚਨਾ ਕੀਤੀ ਹੈ, ਇਸ ਦੀ ਚਿੰਤਾ ਵੀ ਉਸੇ ਨੂੰ ਹੈ। ਇਸੇ ਕਰਕੇ ਬਾਣੀ ਪੜ੍ਹਨ ਵਾਲੇ ਕਦੇ ਕਦੇ ਪੜ੍ਹ ਲੈਣੇ, ਨਾਨਕ ਚਿੰਤਾ ਮਤ ਕਰੋ। ਅਸੀਂ ਤੁਸੀਂ ਕਈ ਵਾਰ ਚਿੰਤਾਤੁਰ ਹੋ ਜਾਣੇ ਨਾ, ਬੜੇ ਗਮਗੀਨ ਹੋ ਕੇ ਬੈਠੇ ਆ, ਤੇ ਜੇ ਕੋਈ ਪੁੱਛੇ ਕੀ ਗੱਲ ਹੈ, ਪਤਾ ਨਹੀਂ ਅੱਜ ਕੰਮ ਗਏ ਸਾਂ, ਕੰਮ ਨਹੀਂ ਬਣਿਆ, ਬੱਚੇ ਨੂੰ ਉਧਰ ਤੋਰਿਆ ਸੀ, ਉਹਦੀ ਗੱਲ ਸੁਣਵਾਈ ਨਹੀਂ ਹੋਈ, ਉਹ ਇੰਟਰਵਿਊ 'ਚ ਗੱਲ ਬਣੀ ਨਹੀਂ, ਜੌਬ ਨਹੀਂ ਆਇਆ, ਆ ਨਹੀਂ ਹੋਇਆ। ਅਸੀਂ ਦੁਨੀਆ ਭਰ ਦੀਆਂ ਟੈਨਸ਼ਨਸ ਲੈ ਕੇ ਬੈਠੇ ਆ, ਤੇ ਕੋਈ ਗੁਰਮੁਖ ਕਹਿੰਦੇ ਨੇ ਭਾਈ ਕੋਈ ਗੱਲ ਨਹੀਂ, ਵਾਹਿਗੁਰੂ ਭਲੀ ਕਰੇਗਾ। ਤਕਰੀਬਨ ਸਾਨੂੰ ਇਦਾਂ ਦਿਲਾਸਾ ਦਿੱਤਾ ਜਾਂਦਾ, ਵਾਹਿਗੁਰੂ ਭਲੀ ਕਰੇਗਾ। ਤੇ ਸਤਿਗੁਰੂ ਨਾਨਕ ਤੇ ਬਹੁਤ ਪਿਆਰ ਨਾਲ ਕਹਿੰਦੇ ਨੇ, ਤੂੰ ਚਿੰਤਾ ਕਿਉਂ ਕਰਦਾ ਹੈ ਨਾਨਕ, ਚਿੰਤਾ ਮਤ ਕਰੋ। ਮਹਾਰਾਜ ਫਿਰ ਕੀ ਕਰਾਂ, ਮੈਨੂੰ ਤੇ ਆਪਣੇ ਪਰਿਵਾਰ ਦੀ ਚਿੰਤਾ ਹੈ ਨਾ। ਕਹਿਣ ਲੱਗੇ ਤੈਨੂੰ ਤੇ ਆਪਣੇ ਪਰਿਵਾਰ ਦੀ ਚਿੰਤਾ ਹੈ, ਉਸਨੂੰ ਵੀ ਆਪਣੇ ਪਰਿਵਾਰ ਦੀ ਚਿੰਤਾ ਹੈ। ਆ ਸਾਰਾ ਬ੍ਰਹਮੰਡ ਉਸੇ ਦਾ ਪਰਿਵਾਰ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਸਾਰੇ ਬ੍ਰਹਮੰਡ ਦੀ ਚਿੰਤਾ ਉਸਨੂੰ ਹੈ। ਇਹ ਸ਼ਲੋਕ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਕਾ ਹੈ। ਕੀਰਤਨੀਏ ਕੀਰਤਨ ਆਸਾ ਕੀ ਵਿੱਚ ਪੜ੍ਹਦੇ ਨੇ, ਪਾਠ ਕਰਦੇ ਕਦੇ ਠਹਿਰ ਕੇ ਪੜ੍ਹਨਾ। ਉਸ ਬੱਚੀ ਨੇ ਸੰਗਤ ਵਿੱਚੋਂ ਇਹ ਸ਼ਲੋਕ ਯਾਦ ਕਰ ਲਿਆ
ਤੇ ਇਸ ਸ਼ਲੋਕ ਨੂੰ ਹੀ ਹੁਣ ਪੜ੍ਹਦੀ ਰਹਿੰਦੀ ਹੈ, ਸਮਝਦੀ ਰਹਿੰਦੀ ਹੈ। ਜਿਤਨੀ ਕੁ ਦੀ ਸਮਝ ਮਤ ਬੁੱਧ ਵਿੱਚ ਇਸ ਬਾਣੀ ਦਾ ਭਾਵ ਵਿਚਾਰ ਆਉਂਦਾ ਹੈ, ਉਤਨਾ ਕਿਸ ਨੂੰ ਸਮਝਦੀ ਤੇ ਵਿਚਾਰਨ ਦੀ ਕੋਸ਼ਿਸ਼ ਕਰਦੀ ਤੇ ਗਾਹੇ ਬਗਾਹੇ ਗੱਲ ਚੱਲਦੀ ਤੇ ਇਸੇ ਦੀ ਚੱਲਦੀ। ਫਿਰ ਅੱਗੇ ਚੱਲਾਂਗੇ ਸਮਾਂ ਪਾ ਕੇ। ਪਰਿਵਾਰ 'ਚ ਕੀ ਕੁਝ ਗੱਲਾਂ ਬਾਤਾਂ ਹੁੰਦੀਆਂ ਨੇ, ਉਹਨਾਂ ਭੈਣਾਂ 'ਚ ਕਿਤੇ ਕਿਤੇ ਕੀ ਸੰਵਾਦ ਹੁੰਦੇ ਨੇ, ਇਹ ਸਾਰੇ ਬਚਨ ਚੱਲਦੇ ਨੇ। ਤੇ ਪਾਤਸ਼ਾਹ ਕਹਿਣ ਲੱਗੇ, ਉਹ ਸਾਰਿਆਂ ਦੀ ਚਿੰਤਾ ਕਰਦਾ ਹੈ। ਜਿਨ ਕਰਤਾ ਕਰਨਾ ਕੀਆ ਚਿੰਤਾ ਭੇ ਕਰਨੀ ਤਾਹ, ਉਸੇ ਨੂੰ ਚਿੰਤਾ ਕਰਨੀ ਬਣਦੀ ਹੈ, ਉਹੀ ਚਿੰਤਾ ਕਰਦਾ ਹੈ। ਗੁਰ ਕਿਰਪਾ ਕਰਨ ਅਸੀਂ ਵੀ ਜਿਹੜੇ ਬਾਣੀ ਪੜ੍ਹਨ ਵਾਲੇ ਆ, ਜਿਸ ਹੋਰ ਤੇ ਆਪਾਂ ਬਹੁਤੀਆਂ ਗੱਲਾਂ ਨਹੀਂ ਕਰਦੇ, ਜਿਹੜੇ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਆ, ਪਾਤਸ਼ਾਹ ਦਸ਼ਮੇਸ਼ ਦੀ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ ਆਪਾਂ ਕਹਿੰਦੇ ਹਾਂ ਤੇ ਮੰਨ ਲਈਏ ਕਿ ਸਾਡੀ ਰਿਜ਼ਕ ਰੋਟੀ ਉਹ ਦਿੰਦੇ ਨੇ। ਪਾਤਸ਼ਾਹ ਦਸ਼ਮੇਸ਼ ਸਾਹਿਬ ਦੀ ਨਿੱਕੀ ਜਿਹੀ ਗੱਲ ਜੋ ਵਡੇਰਿਆਂ ਤੋਂ ਸੁਣੀ ਹੈ, ਆਪਣਾ ਸਾਂਝੀ ਕਹਿ ਕੇ ਸਮਾਪਤੀ ਕਰਾਂ। ਜਦੋਂ ਦੰਦ ਨਹੀਂ ਸੀ ਜਨਮੇ ਸਾਂ ਤੇ ਦੁੱਧ ਦਿੱਤਾ ਸੋ। ਵਡੇਰੇ ਕਦੇ ਕਦੇ ਕਹਿੰਦੇ ਨਾ, ਜਬ ਦੰਤ ਨਹੀਂ ਤਬ दूध दियो, अब दांत दिए क्या रोजी ना दे है। ਜਦੋਂ ਸਾਨੂੰ ਦੰਦ ਨਹੀਂ ਸੀ ਜਨਮੇ ਸਾਂ ਤੇ ਦੁੱਧ ਦਿੱਤਾ ਹੋਇਆ, ਤੇ ਹੁਣ ਦੰਦ ਦੇ ਦਿੱਤੇ ਨੇ ਕਿ ਖਾਣ ਨੂੰ ਨਹੀਂ ਦੇਵੇਗਾ। ਭਰੋਸਾ ਰੱਖ, ਚਿੰਤਾ ਮਤ ਕਰ, ਗੁਰੂ ਤੇ ਰੱਖ ਭਰੋਸਾ, ਕਿਉਂਕਿ ਗੁਰੂ ਸਾਰਿਆਂ ਦੀ ਰਿਜ਼ਕ ਰੋਟੀ ਤੇ ਪ੍ਰਬੰਧ ਕਰਦਾ ਹੈ। ਇਤਨੇ ਕੁ ਬਚਨ ਪੂਰਨ ਕਰਨਾ। ਕੱਲ ਇਹ ਤੋਂ ਫਿਰ ਅੱਗੇ ਚੱਲਾਂਗੇ। ਆਸੀਸ ਅਤੇ ਬਖਸ਼ਿਸ਼ਾਂ ਦਿੰਦਿਆਂ ਹੋਇਆਂ, ਭੁੱਲ-ਚੁੱਕ ਦੀ ਖਿਮਾ ਕਰਦਿਆਂ, ਪਿਆਰ ਦਿੰਦਿਆਂ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।